हर कृष्ण मनाए बहोरी। तेग बहादुर परम कृपाला जी परम कृपाला। श्री गुरु गोविंद सिंह विशाला। धरों धरा धर पुन पुन शीस जी पुन पुन शीस। बंदों बार बार जगदीश। जिसमें है अमृत ज्ञान है मानक भगत बैराग। श्री गुरु ग्रंथ साहिब उदद बंदों कर अनुराग। एक ओंकारा सतगुरु तेह प्रसाद सच होए। वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। हिंदू धर्म बो नरक बिगारा। महामूढ़ ने कुछ न विचारा। सतगुर कारण ते पश्चाती। पुर मैं न सब तो किस राती। परम सन्मान योग राजान राज पानान पान। देवान देव उपमा महान। जुगो जुग अटल सतगुरु साहिब श्री गुरु ग्रंथ साहिब जी महाराज सतगुरु जी की पावन पवित्र हजूरी अंदर जुड़ बैठे गुरु प्यारे गुरु सवारे सतसंगी जनों। आओ सतगुरु जी की बख्शिश नाल ਆਪਾਂ ਸੰਧਿਆ ਵੇਲੇ ਦੇ ਪਾਵਨ ਪਵਿੱਤਰ ਦੀਵਾਨਾਂ ਦੀ ਆਰੰਭਤਾ ਕਰੀਏ। ਗੁਰੂ ਇਤਿਹਾਸ ਕੀ ਲੜੀਵਾਰ ਕਥਾ ਵਿਚਾਰ। ਮਹਾਰਾਜ ਕੇ ਇਹਨਾਂ ਪਵਿੱਤਰ ਸਥਾਨਾਂ ਤੇ ਰੋਜ਼ਾਨਾ ਜੋ ਹੁੰਦੀ ਹੈ ਆਪ ਸੰਗਤ ਸਰਵਣ ਕਰਦੇ ਹੋ। ਚਲਦੀ ਆ ਰਹੀ ਲੜੀ ਤਹਿਤ ਥੋੜਾ ਜਿਹਾ ਸਮਾਂ ਮਹਾਰਾਜ ਜੀ ਕੇ ਜੀਵਨ ਦਾ ਜੋ ਇਤਿਹਾਸ ਹੈ ਗੁਰੂ ਸਾਖੀਆਂ ਜੋ ਹਨ ਉਹਨਾਂ ਨਾਲ ਜੁੜਨ ਦਾ ਯਤਨ ਕਰਦੇ ਹਾਂ। ਪ੍ਰਥਮ ਮਹਾਰਾਜ ਤੋਂ ਆਗਿਆ ਲਈਏ। ਰਸਨਾ ਪਵਿੱਤਰ ਕਰੀਏ ਗੁਰੂ ਫਤਿਹ ਨਾਲ ਸਾਂਝ ਪਾਉਣੀ। ਫਤਿਹ ਪ੍ਰਵਾਨਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਦਿਆਂ ਦੀਵਾਨਾਂ ਅੰਦਰ ਜਿੱਥੇ ਸੰਪੰਨਤਾ ਹੋਈ ਜਿਸ ਵਕਤ ਬਾਦਸ਼ਾਹ ਔਰੰਗਜ਼ੇਬ ਦਿੱਲੀ ਦੇ ਤਖਤ ਤੇ ਬੈਠਦਾ ਹੈ ਤੇ ਇਹਦਾ ਜਿਹੜਾ ਪਿਤਾ ਹੈ ਸ਼ਾਹਜਹਾਂ ਉਸਨੇ ਇਹਨੂੰ ਕੁਝ ਨਸੀਹਤਾਂ ਦਿੱਤੀਆਂ। ਭਾਵੇਂ ਕਿ ਇਤਿਹਾਸ ਕਹਿ ਰਿਹਾ ਹੈ ਕਿ ਇਸ ਨੇ ਆਪਣੇ ਪਿਤਾ ਨੂੰ ਕੈਦ ਪਾ ਕਰਕੇ ਉਹਦੇ ਤੋਂ ਜ਼ਬਰਦਸਤੀ ਇਹ ਤਖਤ ਪ੍ਰਾਪਤ ਕੀਤਾ, ਭਰਾਵਾਂ ਨੂੰ ਕਤਲ ਕੀਤਾ। ਫਿਰ ਵੀ ਜਿਵੇਂ ਇੱਕ ਪਿਤਾ ਹਰ ਵਕਤ ਆਪਣੇ ਪੁੱਤਰ ਲਈ ਸੋਚਦਾ ਹੈ ਇਸੇ ਤਰ੍ਹਾਂ ਬਾਦਸ਼ਾਹ ਸ਼ਾਹਜਹਾਂ ਨੇ ਇਹਦੀ ਇਸ ਨਲਾਇਕੀ ਨੂੰ ਨਾ ਵਿਚਾਰਦਿਆਂ ਹੋਇਆਂ ਫਿਰ ਇਹਨੂੰ ਮੱਤ ਦਿੱਤੀ ਕਿ ਪੁੱਤਰ ਜੇ ਤੂੰ ਰਾਜ ਸਲਾਮਤ ਰੱਖਣਾ ਹੈ ਤੇ 2-3 ਬਾਤਾਂ ਮੇਰੀਆਂ ਮੰਨ ਲਵੀਂ। ਤੇਰਾ ਇਹ ਰਾਜ ਬਣਿਆ ਰਹੇਗਾ, ਇਸਲਾਮੀ ਰਾਜ ਚੱਲਦਾ ਰਹੇਗਾ। ਤੇ ਜੇ ਤੂੰ ਇਹ ਨਹੀਂ ਮੰਨੇਗਾ ਜਿੱਥੇ ਤੇਰਾ ਰਾਜ ਜਾਵੇਗਾ ਉੱਥੇ ਤੂੰ ਸਮੁੱਚੇ ਇਸ ਤੁਰਕ ਰਾਜ ਦੇ ਖਾਤਮੇ ਦਾ ਵੀ ਕਾਰਨ ਬਣੇਗਾ। ਤੇ ਹੋਇਆ ਵੀ ਇਸੇ ਤਰ੍ਹਾਂ। ਹੁਣ ਉਹ ਬਾਤਾਂ ਕੀ ਸਨ ਥੋੜ੍ਹਾ ਜਿਹਾ ਵਿਖਿਆਨ ਕੱਲ੍ਹ ਦੇ ਦੀਵਾਨਾਂ ਅੰਦਰ ਹੋਇਆ ਸੀ। ਚਲੋ ਮੈਂ ਰਿਪੀਟ ਵੀ ਕਰਦਾ। ਸ਼ਾਹਜਹਾਂ ਨੇ ਕਿਹਾ ਵੀ ਜਿਤਨੀ ਫੌਜ ਤੇਰੇ ਪਾਸ ਹੈ ਇਹਦੀ ਤਨਖਾਹ ਨਹੀਂ ਘਟਵਾਉਣੀ, ਇਹਦੇ ਵਿੱਚ ਵਾਧਾ ਕਰਨਾ ਹੈ। ਦੂਸਰਾ, ਹਿੰਦੁਸਤਾਨ ਵਿੱਚ ਜਿਤਨੇ ਵੀ ਧਰਮ ਨੇ ਕਿਸੇ ਨਾਲ ਬਹੁਤਾ ਵਿਗਾੜ ਨਹੀਂ ਪਾਉਣਾ। ਖਾਸ ਕਰਕੇ ਸਨਾਤਨੀ ਮਤ ਜਿਹੜਾ ਹਿੰਦੂ ਮਤ ਹੈ ਬਹੁਤ ਵੱਡੀ ਗਿਣਤੀ ਵਿੱਚ ਉਸ ਵਕਤ ਹੈ ਨਹੀਂ। ਜਿਵੇਂ ਕਿਵੇਂ ਇਹਨਾਂ ਨੂੰ ਨਾਲ ਲੈ ਕੇ ਚੱਲਣਾ ਹੈ। ਤੇ ਤੀਸਰਾ ਜੋ ਬਾਦਸ਼ਾਹ ਨੇ ਇਸ ਨੂੰ ਮੱਤ ਦਿੱਤੀ ਕਿ ਦੱਖਣ ਦੇਸ਼ ਦੀ ਮੁਹਿੰਮ ਵੱਲ ਨੂੰ ਤੂੰ ਬਹੁਤਾ ਮੁੱਖ ਨਹੀਂ ਕਰਨਾ ਕਿਉਂਕਿ ਉਧਰ ਦਾ ਜਿਹੜਾ ਰਾਜਾ ਹੈ ਜੇ ਕਿਤੇ ਉਹਨੇ ਵਿਰੋਧਤਾ ਜਾਂ ਬਗਾਵਤ ਕਰ ਦਿੱਤੀ ਤੇ ਇਹ ਸਾਹਮਣਾ ਸਾਡੇ ਲਈ ਮੁਸ਼ਕਲ ਹੋ ਜਾਣਾ।
ਸੋ ਇਸ ਵੇਲੇ ਇਸ ਨੇ ਬਾਤਾਂ ਸੁਣ ਤੇ ਲਈਆਂ, ਲੇਕਿਨ ਇਤਿਹਾਸਕਾਰ ਕਹਿੰਦੇ ਨੇ ਪਿਤਾ ਦੀ ਗੱਲ ਨੂੰ ਮੰਨਿਆ ਨਹੀਂ। ਕੀਤਾ ਇਹਨੇ ਉਹੀ ਜੋ ਇਹਨੂੰ ਆਪ ਨੂੰ ਚੰਗਾ ਲੱਗਾ, ਤੇ ਜਿਵੇਂ ਇਸ ਨੇ ਕੀਤਾ ਉਹ ਇਤਿਹਾਸ ਆਪਾਂ ਪੜ੍ਹਦੇ ਆ ਰਹੇ ਹਾਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੂੰ ਵੀ ਇਸ ਨੇ ਹੁਕਮ ਦੇ ਕੇ ਸ਼ਹੀਦ ਕਰਵਾ ਦਿੱਤਾ ਸੀ। ਸੋ ਜਿਵੇਂ ਇਸ ਦੇ ਪਿਤਾ ਨੇ ਇਸ ਨੂੰ ਰੋਕਿਆ ਸੀ, ਪ੍ਰਥਮ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਇਹ ਤਖਤ ਤੇ ਬੈਠਾ ਇਹਨੇ ਉਸੇ ਵਕਤ ਹੀ ਆਪਣੇ ਕਾਰਦਾਰ ਸਿਪਾਹੀ ਆਦਿਕ ਜਿਹੜੇ ਨੇ ਉਹਨਾਂ ਦੀ ਤਨਖਾਹ ਵਿੱਚ 40% ਕਟੌਤੀ ਕਰ ਦਿੱਤੀ। ਜਿੱਥੇ ਉਹ 100 ਰਜਤ ਭੰਨ ਲੈਂਦੇ ਨੇ ਇਹਨੇ 60 ਕਰ ਦਿੱਤੇ। ਉਹ ਵੀ ਇਹਦੇ ਰਾਜ ਇਹਦੇ ਜੋ ਅੱਗੇ ਵਧਾਉਣ ਦੇ ਲਈ ਬੜਾ ਇੱਕ ਗਲਤ ਕਾਰਨ ਸਾਬਤ ਹੋਇਆ। ਦੂਸਰਾ, ਇਹਨੇ ਤਖਤ ਤੇ ਬੈਠ ਕਰਕੇ ਕਾਜੀ ਮੁਲਾਣਿਆਂ ਦੀਆਂ ਬਾਤਾਂ ਵਿੱਚ ਆ ਕਰਕੇ ਤੇ ਇਹ ਹੋਕਾ ਦੇ ਦਿੱਤਾ ਵੀ ਮੈਂ ਇਸਲਾਮ ਦਾ ਪ੍ਰਚਾਰ ਪ੍ਰਸਾਰ ਕਰਾਂਗਾ, ਸਭ ਨੂੰ ਸ਼ਰ੍ਹਾ ਅੰਦਰ ਲੈ ਆਵਾਂਗਾ ਤੇ ਹਿੰਦੂ ਮਤ ਨੂੰ ਖਤਮ ਕੀਤਾ ਜਾਏ। ਉਹ ਕਾਨੂੰਨ ਇਸ ਨੇ ਬਣਾਏ, ਉਸੇ ਦੇ ਤਹਿਤ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਆਪਣੇ ਸੀਸ ਦਾ ਬਲੀਦਾਨ ਦੇਣਾ ਪਿਆ। ਤੇ ਤੀਸਰਾ, ਫਿਰ ਇਹ ਦੱਖਣ ਦੀ ਮੁਹਿੰਮ ਫਤਿਹ ਕਰਨ ਲਈ ਵੀ ਤੁਰਿਆ, ਪਰੰਤੂ ਇਹ ਕਾਮਯਾਬ ਕਿਸੇ ਇੱਕ ਵਿੱਚ ਵੀ ਨਾ ਹੋਇਆ। ਜਿਵੇਂ ਅੱਜ ਭਾਈ ਸਾਹਿਬ ਜੀ ਬਚਨ ਕਰ ਰਹੇ ਨੇ, ਦੱਸ ਰਹੇ ਨੇ ਕਿ ਇਸ ਨੇ ਤਖਤ ਤੇ ਬੈਠ ਕਰਕੇ ਹਿੰਦੂਆਂ ਦੇ ਨਾਲ ਵਿਗਾੜ ਪੈਦਾ ਕਰ ਲਿਆ ਸੀ। ਭਾਵੇਂ ਕਿ ਤਲਵਾਰ ਰੱਖ ਦਿੱਤੀ ਸੀ ਤਾਂ ਹੁਣ ਤੇ ਸਵਾ ਮਨ ਜੰਜੂ ਲਾਏ ਜਾ ਰਹੇ ਸਨ ਇਹਦੇ ਰਾਜ ਵਿੱਚ, ਪਰੰਤੂ ਮਹਾਮੂੜ ਨੇ ਕੱਛ ਨਾ ਵਿਚਾਰਾ। ਇਹ ਇਤਨਾ ਮੂਰਖ ਬਾਦਸ਼ਾਹ, ਇਹਨੇ ਵਿਚਾਰਿਆ ਨਹੀਂ ਵੀ ਜੇ ਆਪਣੇ ਰਾਜ ਵਿੱਚ ਮੈਂ ਐਸੇ ਸਖਤ ਕਾਨੂੰਨ ਲਾਗੂ ਕਰ ਲਵਾਂ ਤੇ ਕਿਤੇ ਨਾ ਕਿਤੇ ਬਗਾਵਤ ਦੇ ਰੂਪ ਵਿੱਚ ਇਹ ਸਭ ਕੁਝ ਇਹ ਮੇਰੇ ਲਈ, ਮੇਰੇ ਪਤਨ ਦਾ, ਮੇਰੇ ਤਖਤ ਦੇ ਹਥਿਆਉਣ ਦਾ ਜਾਂ ਮੇਰੇ ਰਾਜ ਖਤਮ ਹੋਣ ਦਾ ਕਾਰਨ ਵੀ ਬਣੇਗਾ। ਸਤਿਗੁਰੂ ਕਾਰਨ ਕੇ ਪਚਾਤੀ ਪੁਰ ਮੈਂ ਨਹੀਂ ਸੁਪਤਿਓ ਤਿਸ ਰਾਤ ਇਕ ਰਾਤੀ। ਜਿਸ ਵਕਤ ਇਸ ਨੇ ਹੁਕਮ ਦੇ ਕਰਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਨੂੰ ਸ਼ਹੀਦ ਕਰਵਾ ਦਿੱਤਾ ਨਾ, ਉਸ ਤੋਂ ਬਾਅਦ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਦਿਨ ਵੀ ਇਹ ਦਿੱਲੀ ਦੇ ਅਸਥਾਨ ਤੇ ਆਪਣੇ ਮਹੱਲ ਅੰਦਰ ਸੁੱਖ ਦੀ ਨੀਂਦ ਨਹੀਂ ਸੀ ਸੌਂ ਸਕਿਆ ਹੈ ਜੀ। ਏਕ ਪੀਰ ਇੱਕ ਦਿਨ ਚੱਲ ਆਇਓ। ਇੱਕ ਦਿਨ ਇਦਾਂ ਹੀ ਖੁਦਾ ਨੇਤ ਕੋਈ ਪੀਰ ਜਿਹੜਾ ਹੈ ਉਹ ਇਹਦੇ ਰਾਜ ਵਿੱਚ ਚੱਲ ਕੇ ਆਇਆ ਹੈ। ਉਤਰਿਓ ਵਹਿਰ ਤਾਂ ਸੁਣ ਪਾਇਓ। ਜਿਸ ਵਕਤ ਪੀਰ ਦਿੱਲੀ ਪਹੁੰਚਿਆ ਤੇ ਇਸ ਨੂੰ ਪਤਾ ਲੱਗਿਆ ਵੀ ਕੋਈ ਕਾਮਲ ਪੀਰ ਆਇਆ ਹੈ ਤੇ ਇਹ ਉਸ ਨੂੰ ਮਿਲਣ ਦੇ ਲਈ ਜਾਂਦਾ ਹੈ ਜੀ। ਮਿਲਨੇ ਹੇਤ ਨਰੰਗਾ ਗਇਓ। ਬਾਦਸ਼ਾਹ ਔਰੰਗਜ਼ੇਬ ਇਸ ਪੀਰ ਨਾਲ ਮੁਲਾਕਾਤ ਕਰਨ ਦੇ ਲਈ ਉਤਾਵਲਾ ਹੈ। ਜਾਣਦਾ ਹੋਣਾ ਭਾਵੇਂ ਕਿ ਭਾਈ ਸਾਹਿਬ ਜੀਆਂ ਨੇ ਉਹਦਾ ਕੋਈ ਪਿਛੋਕੜ ਜਾਂ ਨਾਮ ਪਤਾ ਨਹੀਂ ਲਿਖਿਆ ਇੱਥੇ, ਪਰੰਤੂ ਹਾਂ ਜੇ ਬਾਦਸ਼ਾਹ ਮਿਲਣ ਜਾਂਦਾ ਤੇ ਇਹਦਾ ਮਤਲਬ ਹੈ ਵੀ ਕੋਈ ਆਮ ਬੰਦਾ ਨਹੀਂ ਹੋਣਾ, ਕੋਈ ਕਰਾਮਾਤੀ ਪੀਰ, ਕੋਈ ਵੱਡਾ ਅਜ਼ਮਤ ਵਾਲਾ ਹੋਵੇਗਾ। ਸੋ ਉਸ ਨੂੰ ਮਿਲਣ ਦੇ ਲਈ ਇਹ ਬਾਦਸ਼ਾਹ ਇੱਕ ਦਿਨ ਉਹਦੇ ਪਾਸ ਪਹੁੰਚ ਕਰਦਾ ਹੈ। ਏਕ ਰਕੇਬ ਮੋਹਰਨ ਪਰ ਲਿਓ। ਇੱਕ ਰਕੇਬ ਮੋਹਰਨ ਭਰ ਲਿਓ। ਇੱਕ ਥਾਲੀ, ਰਕੇਬ ਸ਼ਬਦ ਫਾਰਸੀ ਦਾ ਹੈ, ਥਾਲੀ ਨੂੰ, ਥਾਲ ਨੂੰ ਰਕੇਬ ਕਿਹਾ ਜਾਂਦਾ ਫਾਰਸੀ ਦੇ ਅੰਦਰ। ਇੱਕ ਰਕੇਬ ਇਸ ਨੇ ਮੋਹਰਾਂ ਦੀ ਭਰ ਲਈ, ਉਸ ਨੂੰ ਦਛਨਾ ਦੇਣ ਦੇ ਲਈ, ਉਹਦੇ ਦਰਸ਼ਨ ਦੀ ਜਿਹੜੀ ਭੇਟਾ ਆਪਣੇ ਵੱਲੋਂ ਇਸ ਨੇ ਇੱਕ ਮੋਹਰਾਂ ਦੀ ਜਿਹੜੀ ਥਾਲ ਹੈ ਉਹ ਭਰ ਕਰਕੇ ਉਹਦੇ ਪਾਸ ਲੈ ਕੇ ਜਾਂਦਾ ਹੈ ਜੀ। ਦੁਤੀਏ ਵਿਖੇ ਜਵਾਹਰ ਪਾਏ। ਤੇ ਇੱਕ ਰਕੇਬ, ਇੱਕ ਥਾਲ ਹੋਰ ਇਸ ਨੇ ਭਰ ਲਿਆ ਜਿਹਦੇ ਵਿੱਚ ਕੀਮਤੀ ਮੋਤੀ ਆਦਿਕ, ਇਹ ਵੀ ਉਹਦੇ ਪਾਸ ਉਹਦੇ ਦਰਸ਼ਨ ਕਰਨ ਦੇ ਲਈ ਜਾਂ ਉਹਦੇ ਤੋਂ ਜੋ ਵੀ ਇਹਨੇ ਪੁੱਛਣਾ ਗਿੱਛਣਾ ਹੈ ਉਹਦੀ ਭੇਟਾ ਲੈ ਕਰਕੇ ਉਹਦੇ ਪਾਸ ਪਹੁੰਚਦਾ ਹੈ। ਪੀਰ ਅਗਾਰੀ ਧਰੇ ਬਣਾਏ। ਤੇ ਬੜੇ ਅਦਬ ਦੇ ਨਾਲ ਪੀਰ ਦੇ ਪਾਸ ਪਹੁੰਚਦਾ ਹੈ। ਉਸ ਦੇ ਸਨਮੁਖ, ਉਸ ਦੇ ਸਾਹਮਣੇ ਜਾ ਕਰਕੇ ਨੇ ਆਪਣੀ ਜਿਹੜੀ ਭੇਟਾ ਹੈ, ਦੋ ਥਾਲ, ਇੱਕ ਵਿੱਚ ਕੁਝ ਕੀਮਤੀ ਮੋਹਰਾਂ ਤੇ ਦੂਸਰੇ ਵਿੱਚ ਕੁਝ ਕੀਮਤੀ ਮੋਤੀ ਆਦਿਕ ਉਹਦੇ ਸਨਮੁਖ ਰੱਖੇ ਹਨ। ਕਰ ਸਲਾਮ ਬੈਠਿਓ ਤਿਸ ਪਾਸ। ਫਿਰ ਸਲਾਮ ਕੀਤੀ ਤੇ ਸਲਾਮ ਕਰਕੇ ਬਾਦਸ਼ਾਹ ਔਰੰਗਜ਼ੇਬ ਉਹਦੇ ਪਾਸ ਬੈਠ ਗਿਆ ਹੈ। ਕਰਿਓ ਬਤਾਵਨ ਆਪਣੋ ਤਰਾਸ। ਫਿਰ ਜਿਵੇਂ ਹੀ ਉਸ ਦੇ ਪਾਸ ਬੈਠਾ ਗੱਲਬਾਤ ਸ਼ੁਰੂ ਹੋਈ। ਫਿਰ ਇਸ ਨੇ ਜੋ ਵੀ ਬਾਤ ਨੂੰ ਲੈ ਕਰਕੇ ਉਹਦੇ ਤੱਕ ਪਹੁੰਚਿਆ ਹੈ, ਜੋ ਇਸ ਨੂੰ ਡਰ ਹੈ, ਕਿਉਂਕਿ ਡਰ ਤੇ ਹੁਣ ਇਹਨੂੰ ਰੋਜ਼ਾਨਾ ਲੱਗ ਰਿਹਾ, ਜੋ ਇਸ ਨੇ ਕਾਰਾ ਕਰਵਾਇਆ ਹੈ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਸ਼ਹੀਦੀ, ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਦੇਣਾ, ਭਾਈ ਮਤੀ ਦਾਸ ਜੀਆਂ ਨੂੰ ਚੀਰ ਦੇਣਾ, ਸਤੀ ਦਾਸ ਜੀ ਨੂੰ ਅੱਗ ਵਿੱਚ ਸਾੜ ਦੇਣਾ, ਏਡੇ ਏਡੇ ਕਮਾਈ ਵਾਲੇ ਮਹਾਂਪੁਰਖ ਸਿੱਖ ਸੇਵਕ ਉਹਨਾਂ ਦਾ ਕਤਲ ਕਰਵਾ ਦੇਣਾ। ਧੰਨ ਗੁਰੂ ਤੇਗ ਬਹਾਦਰ ਦ੍ਰਿੜਤਾ ਦੀ ਮੂਰਤ, ਧੀਰਤਾ ਦੇ ਸੋਮੇ ਗੁਰਦੇਵ ਜੀਆਂ ਦਾ ਸੀਸ ਧੜ ਤੋਂ ਜੁਦਾ ਕਲਮ ਕਰਵਾ ਦੇਣਾ।
ਇਹ ਬਹੁਤ ਮਾੜੇ ਕਰਮ ਇਸਨੇ ਕੀਤੇ ਨੇ। ਤੇ ਸੱਚਮੁੱਚ ਮੈਂ ਕੱਲ ਵੀ ਬੇਨਤੀ ਕੀਤੀ ਸੀ, ਗੁਰਬਾਣੀ ਵੀ ਕਹਿੰਦੀ ਹੈ, ਜਿਸ ਮਨੁੱਖ ਨੇ ਜ਼ਿੰਦਗੀ ਵਿੱਚ ਮਾੜੇ ਅਮਲ ਕੀਤੇ ਹੋਣ ਨਾ, ਇਹ ਦੁੱਖ ਦੀ ਸਜ਼ਾ ਉਸ ਨੂੰ ਜ਼ਰੂਰ ਮਿਲਦੀ ਹੈ। ਉਹ ਕਿਵੇਂ ਮਿਲਦੀ ਹੈ? ਇਕੱਲਾ ਇਹ ਨਹੀਂ ਵੀ ਇਸ ਸੰਸਾਰ 'ਚ ਮਾੜੇ ਕਰ ਲਈਏ ਤੇ ਅੱਗੇ ਜਾ ਕੇ ਭੋਗਾਂਗੇ। ਮਹਾਰਾਜ ਕਹਿੰਦੇ ਨੇ, ਮਾੜੇ ਕਰਮ ਕਰਕੇ ਮਨੁੱਖ ਕਦੇ ਵੀ ਆਪਣੇ ਬਿਸਤਰ ਤੇ ਚੈਨ ਦੀ ਨੀਂਦ ਨਹੀਂ ਸੋ ਸਕਦਾ। ਚਿੰਤਾ ਐਸੀ ਬਣ ਜਾਂਦੀ ਹੈ, ਵਾਰ-ਵਾਰ ਉਹ ਕੀਤੇ ਹੋਏ ਕਰਮ ਇੱਕ ਭਿਅੰਕਰ ਮਾਨਸਿਕ ਪੀੜਾ ਦੇ ਰੂਪ ਵਿੱਚ ਅੰਦਰੋਂ ਉੱਭਰ ਕਰਕੇ ਤੇ ਉਸ ਮਨੁੱਖ ਦੇ ਵਿੱਚ ਡਰ ਪੈਦਾ ਕਰ ਦਿੰਦੇ ਨੇ। ਤੇ ਉਹ ਜਿਹੜਾ ਡਰ ਹੈ ਨਾ, ਫਿਰ ਕਈ ਵਾਰ ਉਸ ਮਨੁੱਖ ਨੂੰ ਉਹਦੇ ਆਪਣੇ ਆਰਾਮ ਦੇ ਬਿਸਤਰ ਤੇ ਵੀ ਨਹੀਂ ਸੌਣ ਦਿੰਦੇ। ਸੁੱਤਿਆਂ ਪਿਆਂ ਵੀ ਫਿਰ ਵੀ ਕਈ ਵਾਰ ਉਹ ਡਰ ਕੇ ਉੱਠਦੇ ਨੇ। ਸੋ ਇਸ ਵਿਧ ਜੋ ਕੁਝ ਇਸਨੇ ਕੀਤਾ ਹੈ, ਭਾਵੇਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੀ ਸ਼ਹਾਦਤ ਹੋਈ, ਹੋਰ ਗੁਰੂ ਕੇ ਸਿੱਖ ਇਸਨੇ ਸ਼ਹੀਦ ਕਰਵਾਏ, ਇਸ ਤੋਂ ਪਹਿਲਾਂ ਵੀ ਅੱਤ ਦੇ ਮਾੜੇ ਕਰਮ ਇਸ ਦੁਸ਼ਟ ਬਾਦਸ਼ਾਹ ਨੇ ਕੀਤੇ ਹਨ। ਸੋ ਇਹਨਾਂ ਸਾਰੇ ਕਰਮਾਂ ਦਾ ਫਲ ਹੁਣ ਇਹ ਆਪਣੇ ਆਪ ਵਿੱਚ ਮਾਨਸਿਕ ਪੀੜਾ, ਇੱਕ ਡਰ ਭੋਗ ਰਿਹਾ ਹੈ। ਤੇ ਇਸ ਡਰ ਦੀ ਨਿਵਰਤੀ ਦੇ ਲਈ ਇਹ ਪੀਰਾਂ ਫਕੀਰਾਂ ਦੇ ਪਾਸ ਵੀ ਜਾ ਕਰਕੇ ਬੈਠਦਾ ਹੈ ਤੇ ਉਹਨਾਂ ਤੋਂ ਹੱਲ ਪੁੱਛਦਾ ਹੈ ਜੀ। ਨਿਸਮੈ ਅੰਤਰ ਜਾਏ ਨ ਸੋਇਓ, ਜਾ ਕਰਕੇ ਉਸ ਨੂੰ ਕਹਿੰਦਾ ਹੈ ਕਿ ਪੀਰ ਸਾਈਂ, ਮੈਂ ਰਾਤ ਨੂੰ ਇਕੱਲਾ ਆਪਣੇ ਕਮਰੇ ਵਿੱਚ ਸੌਂ ਨਹੀਂ ਸਕਦਾ। ਕਿਉਂ ਨਹੀਂ ਸੌਂ ਸਕਦਾ? ਕਾਰਨ ਇਹ ਹੈ ਕਿ ਬਹੁਤ ਅੱਤ ਦੇ ਮਾੜੇ ਕਰਮ ਇਸ ਨੇ ਤਖਤ ਤੇ ਬੈਠ ਕਰਕੇ ਕੀਤੇ ਹਨ। ਤੁਮ ਬਿਨ ਅਪਰ ਨਾ ਪਾਸ ਬਗੋਇਓ, ਲੇਕਿਨ ਨਾਲ ਇਹ ਵੀ ਕਹਿੰਦਾ ਹੈ ਕਿ ਪੀਰ ਸਾਈਂ, ਇਹ ਗੱਲ ਮੈਂ ਕੇਵਲ ਤੁਹਾਨੂੰ ਦੱਸ ਰਿਹਾ। ਤੁਮ ਬਿਨ ਅਪਰ ਨਾ ਪਾਸ ਬਗੋਇਓ, ਬਗੋਇਓ ਫਾਰਸੀ ਦਾ ਸ਼ਬਦ ਹੈ। ਇਹਦੇ ਵੀ ਅਰਥ ਨੇ ਵੀ ਮੈਂ ਦੱਸਿਆ ਨਹੀਂ ਕਿਸੇ ਨੂੰ, ਵੀ ਕਿਸੇ ਨੂੰ ਨਹੀਂ ਦੱਸਿਆ, ਕੇਵਲ ਤੁਹਾਨੂੰ ਦੱਸ ਰਿਹਾ ਕਿ ਪੀਰ ਸਾਈਂ, ਮੈਂ ਰਾਤ ਨੂੰ ਇਕੱਲਾ ਕਿਸੇ ਵੀ ਸਥਾਨ ਤੇ ਕਿਤੇ ਇਕੱਲਾ ਕਮਰੇ ਦੇ ਵਿੱਚ ਆਪਣੇ ਆਸਣ ਤੇ ਸੌਂ ਨਹੀਂ ਸਕਦਾ, ਕਿਉਂਕਿ ਮੈਨੂੰ ਬਹੁਤ ਭਿਅੰਕਰ ਡਰ ਲੱਗਦਾ ਹੈ। ਇਸ ਕੋ ਹੋਏ ਉਪਚਾਰ ਕੇ ਨਾਹੇ, ਤੇ ਨਾਲ ਹੀ ਕਹਿਣ ਲੱਗਾ, ਪੀਰ ਸਾਈਂ ਕੋਈ ਉਪਚਾਰ ਕਰੋ, ਕੋਈ ਹੱਲ ਦੱਸੋ ਵੀ ਇਹਦਾ ਕੋਈ ਹੱਲ ਹੋ ਜਾਏਗਾ। ਕੋਈ ਐਸੀ ਦਵਾ ਦਾਰੂ ਕਹਿ ਲਈਏ ਜਾਂ ਕੋਈ ਮੰਤਰ, ਕੋਈ ਰਿੱਧੀ ਸਿੱਧੀ ਵਰਤਾਓ ਕੋਈ, ਜਿਹਦੇ ਨਾਲ ਮੇਰਾ ਇਹ ਰੋਗ ਦਾ ਇਲਾਜ ਹੋ ਜਾਵੇ, ਕਿਉਂਕਿ ਹੁਣ ਇਹਦਾ ਰੋਗ ਬਣ ਚੁੱਕਾ। ਤੇ ਮੈਂ ਬੇਨਤੀ ਕਰਾਂ, ਅਕਸਰ ਜਿੰਨੇ ਵੀ ਵੱਡੇ ਵੱਡੇ ਬਾਦਸ਼ਾਹ ਹੁੰਦੇ ਨੇ ਨਾ, ਉਹਨਾਂ ਨਾਲ ਇਹੀ ਕੁਝ ਹੋਇਆ ਕਰਦਾ ਹੈ। ਉਹ ਬਹੁਤ ਦੇ ਅੱਤ ਦੇ ਮਾੜੇ ਕਰਮ ਕਰਕੇ ਤੇ ਫਿਰ ਆਪ ਹੀ ਰੋਗ ਅੰਦਰ ਗ੍ਰਸੇ ਜਾਂਦੇ ਨੇ। ਫਿਰ ਜਦੋਂ ਕਿਤੇ ਉਹ ਕਿਸੇ ਆਪਣੇ ਸਥਾਨਾਂ ਤੇ, ਘਰ ਅੰਦਰ ਜਾਂ ਆਰ ਪਾਰ ਕਿਤੇ ਵੀ ਜਾਣ, ਬਹੁਤ ਡਰਦੇ ਨੇ, ਉਹ ਖੁੱਲ੍ਹ ਕੇ ਜੀਵਨ ਨਹੀਂ ਜੀ ਸਕਦੇ। ਸੱਚਮੁੱਚ ਇਸੇ ਤਰ੍ਹਾਂ ਇਹ ਬਾਦਸ਼ਾਹ ਔਰੰਗਜ਼ੇਬ, ਜਿਸ ਨੇ ਗੁਰੂ ਤੇਗ ਬਹਾਦਰ ਮਹਾਰਾਜ ਗੁਰੂ ਕੇ ਸਿੱਖਾਂ ਨੂੰ ਇੱਦਾਂ ਸ਼ਹੀਦ ਤੇ ਕਰਵਾ ਦਿੱਤਾ, ਜਾਂ ਹੋਰ ਬਹੁਤ ਸਾਰੇ ਪੀਰ ਫਕੀਰ ਇਸ ਨੇ ਆਪਣੇ ਹੁਕਮਾਂ ਨਾਲ ਮਰਵਾਏ ਨੇ। ਹੁਣੇ ਜਾ ਕਰਕੇ ਕਹਿੰਦਾ ਵੀ ਕੋਈ ਹੱਲ ਕਰੋ, ਮੈਨੂੰ ਤੇ ਮੇਰੇ ਆਸਣ ਤੇ ਵੀ ਨੀਂਦ ਨਹੀਂ ਆ ਰਹੀ, ਇਤਨਾ ਡਰ ਲੱਗਦਾ ਹੈ ਰਾਤ ਨੂੰ, ਮੈਂ ਇਕੱਲਾ ਆਪਣੇ ਕਮਰੇ ਅੰਦਰ ਵੀ ਨਹੀਂ ਸੌ ਸਕਦਾ ਹਾਂ। ਜਿਸ ਤੇ ਬਸਨ ਬਨੈਪੁਰ ਮਾਹੇ, ਕੋਈ ਐਸੀ ਦਵਾ ਦੱਸੋ, ਕੋਈ ਐਸਾ ਦਾਰੂ ਦੱਸੋ, ਕੋਈ ਐਸਾ ਮੰਤਰ ਪੜੋ ਜਿਹਦੇ ਨਾਲ ਮੈਂ ਆਪਣੇ ਹੀ ਘਰ ਅੰਦਰ ਕੁਝ ਸੁਖੀ ਵਸ ਸਕਾਂ ਜੀ। ਤੁਮ ਤੇ ਸਿਆਨੋ ਅਪਰ ਨ ਕੋਏ, ਤੇ ਪੀਰ ਨੂੰ ਕਹਿਣ ਲੱਗਾ, ਪੀਰ ਸਾਈਂ, ਮੈਂ ਜਾਣਿਆ ਹੈ, ਮੈਂ ਪਤਾ ਕੀਤਾ ਹੈ ਕਿ ਤੁਹਾਡੇ ਪਾਸ ਇਹਦਾ ਕੋਈ ਇਲਾਜ ਹੈ, ਤੁਸੀਂ ਸਿਆਣੇ ਹੋ, ਮੰਤਰਾਂ ਦੀ ਰਿੱਧੀ ਸਿੱਧੀ ਤੁਹਾਡੇ ਕੋਲ ਹੈ। ਸੋ ਆਪ ਆਪਣੀ ਅਜ਼ਮਤ ਦੇ ਨਾਲ ਮੇਰੇ ਇਸ ਰੋਗ ਦਾ ਇਲਾਜ ਕਰ ਦੇਵੋ। ਜਥਾ ਜੋਗ ਪਾਖੋ ਜਿਮ ਹੋਏ, ਜਥਾ ਜੋਗ, ਜੋ ਵੀ ਯੋਗ ਇਲਾਜ ਹੈ, ਜੋ ਵੀ ਯੋਗ ਤਰੀਕਾ ਹੈ, ਭਾਖੋ ਦੱਸੋ ਸਾਨੂੰ ਉਹ ਦੱਸੋ ਜਿਹਦੇ ਨਾਲ ਮੇਰਾ ਇਹ ਡਰ ਦੂਰ ਹੋ ਜਾਏ ਜੀ। ਸੁਨਤ ਪੀਰ ਨੇ ਭਲੇ ਵਿਚਾਰਾ, ਜਿਸ ਵਕਤ ਹੁਣ ਉਸ ਪੀਰ ਨੇ ਇਹਦੇ ਇਹ ਬੋਲ ਸੁਣੇ ਹਨ ਤੇ ਫਿਰ ਉਹ ਵਿਚਾਰਨ ਲੱਗਾ ਹੈ, ਕਿਉਂਕਿ ਸਿੱਧਾ ਉਹ ਵੀ ਨਹੀਂ ਕਹਿ ਸਕਦਾ। ਉਸ ਨੂੰ ਪਤਾ ਜਿੰਨਾ ਜ਼ੁਲਮੀ ਬਾਦਸ਼ਾਹ, ਜੇ ਕੁਝ ਅੱਗੇ ਪਿੱਛੇ ਵੱਧ ਘੱਟ ਮੈਂ ਬੋਲ ਦਿੱਤਾ ਤੇ ਹੋ ਸਕਦਾ ਕੱਲ ਨੂੰ ਫਰਮਾਨ ਜਾਰੀ ਕਰਦੇ, ਪੀਰ ਨੂੰ ਵੀ ਸੂਲੀ ਟੰਗ ਦਿਓ। ਇਹ ਐਸਾ ਹੀ ਸੀ ਮੂਡ ਬਾਦਸ਼ਾਹ। ਸੋ ਫਿਰ ਉਸਨੇ ਵਿਚਾਰਿਆ ਤੇ ਵਿਚਾਰ ਕੇ ਜਿਵੇਂ ਫਿਰ ਇਸ ਨੂੰ ਕੁਝ ਬਾਤਾਂ ਦੱਸਦਾ ਹੈ ਜੀ। ਨੇਤਰ ਮੂੰਦ ਕੋ ਤੱਕ ਪਿਕ ਸਾਰਾ, ਕੁਝ ਸਮਾਂ ਇਸ ਦੀ ਬਾਤ ਸੁਣ ਕਰਕੇ ਉਸ ਪੀਰ ਨੇ ਆਪਣੇ ਨੇਤਰ ਬੰਦ ਕਰ ਲੈ, ਤੇ ਜਿਵੇਂ ਨੇਤਰ ਬੰਦ ਕੀਤੇ, ਆਪਣੀ ਆਤਮਿਕ ਤਾਕਤ ਦੇ ਨਾਲ, ਆਪਣੀ ਰਿੱਧੀ ਸਿੱਧੀ ਦੇ ਨਾਲ ਉਹਨੇ ਇਹਦੀ ਪ੍ਰਾਲਬਧ ਉੱਪਰ ਝਾਤ ਮਾਰੀ ਹੈ। ਕਿਉਂਕਿ ਅਕਸਰ ਜਿਹੜੇ ਕਮਾਈ ਵਾਲੇ ਹੁੰਦੇ ਨੇ ਨਾ, ਪੀਰ ਫਕੀਰ ਸਾਧੂ ਸੰਤ ਮਹਾਤਮਾ, ਉਹਨਾਂ ਕੋਲੇ ਬਖਸ਼ਿਸ਼ਾਂ ਹੁੰਦੀਆਂ ਨੇ। ਭਾਵੇਂ ਅਸੀਂ ਆਪਣੇ ਮੁਖ ਤੋਂ ਕੁਝ ਵੀ ਨਾ ਦਸੀਏ, ਆਪਣੇ ਕਰਮਾਂ ਦੀ ਕੋਈ ਗੱਲ ਨਾ ਕਰੀਏ, ਲੇਕਿਨ ਜਦੋਂ ਦੁੱਖ ਦੀ ਕੋਈ ਗੱਲ ਕਰਦੇ ਆ ਨਾ, ਤੇ ਕਈ ਵਾਰ ਜੇਕਰ ਕਾਮਲ ਹੈ, ਕਮਾਈ ਵਾਲਾ ਹੈ,
ਤੇ ਉਹ ਫਿਰ ਨੇਤਰ ਬੰਦ ਕਰਕੇ ਤੇ ਝਾਤ ਮਾਰ ਲੈਂਦੇ ਨੇ ਵੀ ਇਹਨੇ ਪਿੱਛੇ ਕੀ ਕੀ ਕੁਝ ਕੀਤਾ ਹੋਇਆ। ਤੇ ਇਹ ਇੱਥੇ ਤਾਂ ਆਪਾਂ ਇਹ ਵੀ ਕਹਿ ਸਕਦੇ ਆ ਵੀ ਔਰੰਗਜ਼ੇਬ ਦੇ ਪਰਥਾਏ ਤੇ ਨੇਤਰ ਬੰਦ ਕਰਨ ਦੀ ਵੀ ਲੋੜ ਨਹੀਂ ਹੈ। ਜੇ ਸਿਆਣਾ ਪੀਰ ਹੈ ਤੇ ਲੋਕਾਈ ਦੇ ਅੰਦਰ ਹੀ ਬੜਾ ਚਰਚਾ ਹੈ ਵੀ ਇਹਨੇ ਜੋ ਕੁਝ ਕੀਤਾ ਹੈ ਉਹ ਸਭ ਕੁਝ ਸੰਸਾਰ ਹੀ ਬੋਲ ਕੇ ਦੱਸ ਰਿਹਾ। ਸੋ ਜਿਸ ਵਕਤ ਉਸਨੇ ਵਿਚਾਰਿਆ ਹੈ ਫਿਰ ਇਸ ਨੂੰ ਕੁਝ ਬਾਤਾਂ ਇਉਂ ਦੱਸਦਾ ਹੈ ਜੀ। ਮਤੀ ਦਾਸ ਜਿਨ ਬਿਗਨ ਪਸਾਰਾ। ਮਤੀ ਦਾਸ ਭਾਵ ਜੋ ਕੁਝ ਇਸ ਬਾਦਸ਼ਾਹ ਨੇ ਹੁਕਮ ਨਾਲ ਕੀਤਾ ਹੈ, ਜਿਵੇਂ ਭਾਈ ਮਤੀ ਦਾਸ ਜੀ ਹੋਰਾਂ ਨੂੰ ਸ਼ਹੀਦ ਕਰਵਾਇਆ, ਗੁਰੂ ਕੇ ਸਿੱਖਾਂ ਨੂੰ ਸ਼ਹੀਦ ਕਰਵਾਇਆ, ਉਹ ਸਾਰਾ ਇਹਦਾ ਆਪਣਾ ਹੀ ਕਰਮ ਹੈ ਜੋ ਹੁਣ ਇਸ ਦੇ ਲਈ ਭੈ ਬਣਿਆ ਹੈ। ਪੁਨ ਨਿਜ ਅਜਮਤ ਉਜ ਨਿਹਾਰਾ। ਕਿਉਂਕਿ ਉਹ ਬੜੇ ਕਮਾਈ ਵਾਲੇ ਮਹਾਂਪੁਰਖ ਸਨ ਭਾਈ ਮਤੀ ਦਾਸ ਜੀ, ਗੁਰੂ ਕੇ ਅਨੰਨ ਪਿਆਰੇ ਸਿੱਖ ਜਿਨ੍ਹਾਂ ਦੇ ਅੰਦਰ ਅਜ਼ਮਤ ਹੈ। ਤੇ ਖਾਸ ਕਰਕੇ ਮੈਂ ਬੇਨਤੀ ਕਰਾਂ, ਪਿੱਛੇ ਸਾਖੀ ਵਿੱਚ ਜ਼ਿਕਰ ਵੀ ਆਇਆ ਸੀ ਭਾਈ ਮਤੀ ਦਾਸ ਗੁਰੂ ਕੇ ਪਿਆਰੇ ਸਿੱਖ, ਉਹਨਾਂ ਨੇ ਆਗਿਆ ਮੰਗੀ ਮਹਾਰਾਜ ਜੇ ਆਪ ਹੁਕਮ ਕਰੋ ਤੇ ਮੈਂ ਇਹਦਾ ਸਾਰੀ ਸਲਤਨਤ ਰੋਲ ਕੇ ਰੱਖ ਦੇਵਾਂਗਾ। ਪਰੰਤੂ ਗੁਰੂ ਤੇਗ ਬਹਾਦਰ ਮਹਾਰਾਜ ਨੇ ਬੜੇ ਪਿਆਰੇ ਬਚਨ ਕਹੇ। ਗੁਰਦੇਵ ਕਹਿਣ ਲੱਗੇ ਕਿ ਤੁਹਾਨੂੰ ਇਹ ਤਾਕਤ ਕਿੱਥੋਂ ਮਿਲੀ ਹੈ? ਮਹਾਰਾਜ ਆਪ ਜੀਆਂ ਤੋਂ। ਤੇ ਫਿਰ ਗੁਰਦੇਵ ਕਹਿਣ ਲੱਗੇ ਕਿ ਸਮੁੰਦਰ ਤੋਂ ਇੱਕ ਲੋਟਾ ਪਾਣੀ ਲੈ ਕਰਕੇ ਸਮੁੰਦਰ ਦੇ ਅੱਗੇ ਗੱਲ ਨਹੀਂ ਕਰੀਦੀ ਹੁੰਦੀ। ਮਹਾਰਾਜ ਨੇ ਸ਼ਾਂਤ ਕਰ ਦਿੱਤਾ। ਸੋ ਇਤਨੀ ਅਜ਼ਮਤ ਦੇ ਮਾਲਕ ਜਿਹੜੇ ਬਚਨ ਕਹਿੰਦੇ ਨੇ ਵੀ ਜੇ ਸਾਨੂੰ ਆਪ ਹੁਕਮ ਕਰੋ ਤੇ ਇਹਦੀ ਸਾਰੀ ਸਲਤਨਤ ਰੋਲ ਸਕਦੇ ਆ। ਭਾਈ ਮਤੀ ਦਾਸ, ਭਾਈ ਸਤੀ ਦਾਸ ਆਦਿਕ ਇਹਨਾਂ ਸਿੱਖਾਂ ਨੂੰ, ਭਾਈ ਦਿਆਲਾ ਜੀ ਨੂੰ ਇਸ ਬਾਦਸ਼ਾਹ ਨੇ ਕਤਲ ਕਰਵਾ ਦਿੱਤਾ, ਸ਼ਹੀਦ ਕਰਵਾ ਦਿੱਤਾ। ਸੋ ਇਹ ਬਹੁਤ ਵੱਡਾ ਵਿਘਨ ਹੈ ਇਹਦੇ ਲਈ। ਜੋ ਅਤ ਦੇ ਮਾੜੇ ਕਰਮ ਇਸ ਨੇ ਕੀਤੇ ਹਨ ਉਹੀ ਹੁਣ ਇਸ ਦੇ ਲਈ ਬਹੁਤ ਭਿਅੰਕਰ ਦੁੱਖ ਬਣ ਗਏ ਹਨ। ਸੰਗ ਨੁਰੰਗੇ ਸਕਲ ਬਤਾਈ। ਜਿਵੇਂ ਉਸ ਕਾਮਲ ਫਕੀਰ ਨੇ ਕੁਝ ਇਹਦੀ ਪ੍ਰਾਲਬ ਤੇ ਝਾਤ ਮਾਰ ਕੇ ਵੇਖਿਆ ਜਾਂ ਜਿੰਨਾ ਕੁ ਨੂੰ ਪਤਾ ਹੋਣਾ, ਫਿਰ ਉਸਨੇ ਆਪਣੇ ਇਲਮ ਅਨੁਸਾਰ, ਆਪਣੇ ਗਿਆਨ ਅਨੁਸਾਰ ਇਹਦੇ ਨਾਲ ਇਉਂ ਕੁਝ ਵਾਰਤਾ ਲੱਭ ਸਾਂਝੀ ਕੀਤੀ ਹੈ, ਕੁਝ ਨੂੰ ਬਾਤਾਂ ਦਸੀਆਂ ਹਨ। ਇਸ ਕੋ ਅਬ ਕਿਛ ਹੈ ਨਾ ਉਪਾਈ। ਪੀਰ ਕਹਿਣ ਲੱਗਾ ਬਾਦਸ਼ਾਹ ਸਲਾਮਤ, ਇਹਦਾ ਕੋਈ ਉਪਾਅ ਨਹੀਂ ਹੈ, ਕੋਈ ਮੰਤਰ ਨਹੀਂ ਹੈ, ਕੋਈ ਦਵਾ ਨਹੀਂ ਹੈ, ਕੁਝ ਨਹੀਂ ਕੀਤਾ ਜਾ ਸਕਦਾ। ਕਿਉਂਕਿ ਜਿਹੜਾ ਵਿਘਨ ਤੂੰ ਇਹ ਖੜਾ ਕੀਤਾ ਹੈ ਨਾ ਆਪਣਿਆਂ ਹੁਕਮਾਂ ਦੇ ਨਾਲ, ਆਪਣਿਆਂ ਕਰਮਾਂ ਅਨੁਸਾਰ, ਇਹਦਾ ਕੋਈ ਇਲਾਜ ਨਹੀਂ ਹੈ। ਇਹ ਤੇ ਹੁਣ ਤੈਨੂੰ ਰੋਗ ਭੋਗਣਾ ਹੀ ਪੈਣਾ ਹੈ ਜੀ। ਤੋਹ ਭਲੇ ਹਿਤ ਰਹੋ ਵਿਚਾਰ। ਤੇਰੇ ਭਲੇ ਦੇ ਲਈ ਹੁਣ ਜੇ ਅਸੀਂ ਵਿਚਾਰ ਕਰੀਏ ਨਾ ਵੀ ਕੀ ਔਸ਼ਧੀ ਲਾਈਏ, ਕਿਹੜਾ ਮੰਤਰ ਦੇਈਏ, ਤੇ ਸਾਡੇ ਪਾਸ ਕੋਈ ਦਵਾ ਨਹੀਂ ਹੈ ਇਹਦੀ, ਨਾ ਹੀ ਸਾਡੇ ਕੋਲ ਕੋਈ ਦੁਆ ਹੈ ਵੀ ਦੁਆ ਕਰੀਏ ਤੂੰ ਠੀਕ ਹੋ ਜਾਏ। ਏਡੇ ਏਡੇ ਮਹਾਂਪੁਰਸ਼ਾਂ ਦਾ ਕਤਲ ਕਰ ਦੇਣਾ, ਸ਼ਹੀਦ ਕਰ ਦੇਣਾ, ਧੀਰਤਾ ਦੀ ਮੂਰਤ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਹੋ ਜਾਣੀ, ਦੋਸ਼ ਤੇ ਬਾਦਸ਼ਾਹ ਦੇ ਸਿਰ ਹੀ ਹੈ ਨਾ। ਇਹ ਸਾਰਾ ਵਿਗਾੜ ਤਾਂ ਇਸੇ ਨੇ ਸ਼ੁਰੂ ਕੀਤਾ ਹੋਇਆ। ਸੋ ਹੁਣ ਇਸ ਦਾ ਕੋਈ ਇਲਾਜ ਨਹੀਂ ਹੈ ਜੀ। ਹੋਤ ਨਾ ਕਿਸ ਪ੍ਰਕਾਰ ਉਪਚਾਰ। ਕੋਈ ਉਪਚਾਰ ਨਹੀਂ ਹੈ, ਕੋਈ ਇਲਾਜ ਨਹੀਂ ਹੈ ਸਾਡੇ ਪਾਸ ਜਿਸ ਦੇ ਨਾਲ ਤੇਰੀ ਇਸ ਭਿਅੰਕਰ ਰੋਗ, ਇਸ ਡਰ ਦਾ ਅਸੀਂ ਇਲਾਜ ਕਰ ਸਕੀਏ। ਬੜੇ ਅਪਰਾਧ ਕਮਾਵਨ ਕੀਨ। ਬੜੀ ਦ੍ਰਿੜਤਾ ਹੀਏ ਦੇ ਨਾਲ ਉਸ ਪੀਰ ਨੇ ਕਹਿ ਦਿੱਤਾ ਕਿ ਤੂੰ ਬਹੁਤ ਵੱਡੇ ਭਾਰੀ ਅਪਰਾਧ ਕਮਾਏ ਹਨ। ਜਿਸ ਤੇ ਪੁਰੀ ਬਸਨ ਤੇ ਹੀ, ਜਿਸ ਕਰਕੇ ਹੁਣ ਤੂੰ ਇਸ ਆਪਣੀ ਪੂਰੀ ਦਿੱਲੀ ਸ਼ਹਿਰ ਦੇ ਅੰਦਰ ਇਸ ਤਖਤ ਤੇ ਏਦਾਂ ਚੈਨ ਨਾਲ ਨਹੀਂ ਬੈਠ ਸਕਦਾ। ਤੇ ਸੱਚਮੁੱਚ ਇਹ ਬੈਠਾ ਵੀ ਨਹੀਂ ਸੀ। ਬਾਦਸ਼ਾਹ ਤਾਂ ਭਾਵੇਂ ਰਿਹਾ ਬੜਾ ਸਮਾਂ ਉਦੋਂ ਬਾਅਦ ਤੱਕ, ਲੇਕਿਨ ਇਹ ਨਾ ਤੇ ਦਿੱਲੀ ਬੈਠ ਸਕਿਆ ਤੇ ਨਾ ਹੀ ਕਿਸੇ ਹੋਰ ਥਾਂ ਤੇ ਜਾ ਕੇ ਕੋਈ ਢੰਗ ਨਾਲ ਜੰਗ ਕਰ ਸਕਿਆ। ਉਸ ਸਮੇਂ ਇਹਦੀ ਹਾਲਾਤ ਵੀ ਐਸੀ ਹੋ ਗਈ, ਕੁਝ ਕੁਦਰਤੀ ਬਗਾਵਤਾਂ ਐਸੀਆਂ ਹੋ ਗਈਆਂ, ਰਾਜਨੀਤਿਕ ਕਾਰਨ ਬਣ ਗਿਆ। ਸੋ ਇਸ ਵਿਦ ਹੁਣ ਇੱਥੇ ਤੈਨੂੰ ਕਦੇ ਵੀ ਚੈਨ ਨਹੀਂ ਆਵੇਗਾ ਜੀ। ਏਠਾਂ ਰਹੇ ਨਾ ਤੋ ਰਹਿ ਆਵੇ। ਤੇ ਜਿਸ ਵਿਦ ਪੀਰ ਨੇ ਇਸ ਨੂੰ ਦੱਸਿਆ ਵੀ ਹੁਣ ਇੱਥੇ ਰਹਿਣਾ ਤੇਰਾ ਕੁਝ ਵਾਜਬ ਨਹੀਂ ਹੈ ਤੇ ਸਿਆਣਾ ਹੋਣਾ, ਕਿਉਂਕਿ ਜੇ ਰਾਜਨੀਤਿਕ ਹਾਲਾਤਾਂ ਦੇ ਅਨੁਸਾਰ ਵੀ ਮੈਂ ਗੱਲ ਕਰਾਂ ਨਾ, ਚਲੋ ਇੱਕ ਪੱਖ ਤੇ ਹੈ ਕਿ ਉਹ ਪੀਰ ਅਜ਼ਮਤ ਵਾਲਾ ਹੋਵੇਗਾ, ਉਹਨੇ ਆਪਣੇ ਇਲਮ ਨਾਲ, ਆਪਣੇ ਗਿਆਨ ਨਾਲ ਇਹਦੀ ਪ੍ਰਾਲਬ ਤੇ ਝਾਤ ਮਾਰੀ ਹੋਣੀ। ਤੇ ਜੇ ਰਾਜਨੀਤਿਕ ਪੱਖ ਦੀ ਵੀ ਗੱਲ ਕਰੀਏ ਤੇ ਜੋ ਕੁਝ ਇਸਨੇ ਕੀਤਾ ਹੈ ਤੇ ਹਿੰਦੁਸਤਾਨ ਵਿੱਚ ਉਹਦਾ ਰਿਜ਼ਲਟ ਜਿਹੜਾ ਆ ਰਿਹਾ ਹੈ, ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਲਿਖਦੇ ਨੇ, ਹੈ ਸਭ ਜਗ ਪਇਓ ਜੈ 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 ਸੁਰਲੋਕ। ਜਿਸ ਵਕਤ ਪੂਰੇ ਹਿੰਦੁਸਤਾਨ ਦੇਸ਼ ਦੇ ਅੰਦਰ ਇਹ ਖਬਰ ਫੈਲੀ ਕਿ ਹਿੰਦੂ ਧਰਮ ਦੇ ਰਾਖੇ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਣ ਕੇ ਦਿੱਲੀ ਬੈਠੇ ਸਨ, ਔਰੰਗਜ਼ੇਬ ਨੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ।
ਦਿੱਲੀ ਤੇ ਕੀ ਪੂਰੇ ਹਿੰਦੁਸਤਾਨ ਦੇਸ਼ ਵਿੱਚ ਦੂਰ ਦੇਸ਼ਾਂ ਵਿੱਚ ਹਾਹਾਕਾਰ ਮਚ ਗਈ। ਜਿੱਥੇ ਸਿੱਖ ਬੈਠਾ ਸੀ ਉਹਦਾ ਵੀ ਹਿਰਦਾ ਵਿਆਕੁਲ ਹੋਇਆ, ਤੇ ਜਿਨ੍ਹਾਂ ਦੇ ਧਰਮ ਦੇ ਲਈ ਮਹਾਰਾਜ ਜੀਆਂ ਨੇ ਬਲੀਦਾਨ ਦੇ ਦਿੱਤਾ ਉਹਨਾਂ ਦਾ ਹਿਰਦਾ ਵੀ ਵਿਆਕੁਲ ਹੋਇਆ। ਸੱਚਮੁੱਚ ਇਹਦੇ ਲਈ ਬਹੁਤ ਬਦਦੁਆਵਾਂ ਨਿਕਲੀਆਂ ਆਮ ਲੋਕਾਈ ਦੇ ਹਿਰਦੇ 'ਚ। ਤੇ ਜਿਸ ਬਾਦਸ਼ਾਹ ਦੇ ਲਈ ਕੋਈ ਹਿਰਦਾ ਵਿਆਕੁਲ ਹੋ ਕੇ ਰੋਵੇ ਤੇ ਉਹਨੂੰ ਸੁੱਖ ਕਿੱਥੇ ਮਿਲਣਾ ਗੁਰਮੁਖੋ, ਕਿਤੇ। ਇਸੇ ਕਰਕੇ ਆਪਾਂ ਕਹਿੰਦੇ ਆ ਨਾ ਕਈ ਵਾਰ ਵੀ ਕਿਸੇ ਨਾਲ ਕੋਈ ਜਾਤੀ ਨਾ ਕਰੋ, ਕੋਈ ਮਾੜਾ ਨਾ ਕਰੋ, ਕਿਉਂਕਿ ਹੋ ਸਕਦਾ ਹੈ ਵੀ ਉਹ ਸ਼ਸਤਰ ਲੈ ਕੇ ਸਾਡੇ ਨਾਲ ਨਾ ਲੜ ਸਕੇ, ਬਰਾਬਰ ਬਹਿ ਕੇ ਸਾਡੇ ਨਾਲ ਨਾ ਬੋਲ ਸਕੇ, ਪਰੰਤੂ ਹਿਰਦੇ ਦੇ ਤਲ ਤੇ ਉਹ ਪਰਮਾਤਮਾ ਅੱਗੇ ਅਰਦਾਸ ਜ਼ਰੂਰ ਕਰ ਦੇਗਾ ਵੀ ਜਿਹੜਾ ਮੇਰੇ ਨਾਲ ਧੱਕਾ ਕਰ ਰਿਹਾ ਪਰਮਾਤਮਾ ਰੱਬ ਜੀ ਇਹਦਾ ਹਿਸਾਬ ਹੁਣ ਤੂੰ ਹੀ ਕਰਨਾ। ਠੀਕ ਹੈ, ਹਿੰਦੁਸਤਾਨ ਦੇਸ਼ ਉਸ ਵਕਤ ਗੁਲਾਮ ਹੈ, ਸਲਤਨਤ ਤੁਰਕ ਰਾਜ ਦੀ ਹੈ, ਤਖਤ ਤੇ ਬਾਦਸ਼ਾਹ ਔਰੰਗਜ਼ੇਬ ਬੈਠਾ। ਕਿਸੇ ਕੋਲ ਇੰਨਾ ਤਾਨ ਨਹੀਂ ਹੈ ਵੀ ਕੋਈ ਸ਼ਸਤਰ ਲੈ ਕੇ ਸਾਹਮਣੇ ਹੋ ਕੇ ਇਹਦਾ ਮੁਕਾਬਲਾ ਕਰ ਸਕੇ। ਕੋਈ ਏਡੀ ਵੱਡੀ ਫੌਜ ਨਹੀਂ ਹੈ ਜਿਹੜੀ ਬਾਦਸ਼ਾਹ ਔਰੰਗਜ਼ੇਬ ਦੀ ਫੌਜ ਦਾ ਮੁਕਾਬਲਾ ਕਰ ਸਕੇ। ਏਡਾ ਧਨ ਨਹੀਂ ਹੈ ਕਿਸੇ ਪਾਸ, ਏਡੀ ਕਿਸੇ ਹਿੰਦੂ ਰਾਜੇ ਪਾਸ, ਕਿਸੇ ਪਾਸ ਵੀ ਏਡੀ ਤਾਕਤ ਨਹੀਂ ਹੈ। ਇਹ ਬਹੁਤ ਵੱਡਾ ਬਾਦਸ਼ਾਹ, ਪਰੰਤੂ ਜਦੋਂ ਇਹ ਇਸ ਹਿੰਦੁਸਤਾਨ ਦੀ ਲੋਕਾਈ ਦੇ ਨਾਲ ਇਤਨਾ ਜ਼ੁਲਮੋ ਸਿਤਮ ਕਰ ਰਿਹਾ ਤੇ ਜਿਹੜੇ ਪੁਰਖ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਮੁਕਾਬਲਾ ਕਰਨ ਦੀ ਇਹਨਾਂ ਦੇ ਸਨਮੁਖ ਬੈਠੇ ਨੇ, ਉਹਨਾਂ ਦੀ ਨਿਰਾਦਰੀ ਕਰ ਰਿਹਾ, ਉਹਨਾਂ ਤੇ ਤਸ਼ੱਦਦ ਕਰ ਰਿਹਾ, ਉਹਨਾਂ ਨੂੰ ਕਸ਼ਟ ਦੇ ਰਿਹਾ ਤੇ ਅਖੀਰ ਉਹਨਾਂ ਦਾ ਸਿਰ ਕਲਮ ਕਰ ਰਿਹਾ। ਮਹਾਰਾਜ ਗੁਰੂ ਤੇਗ ਬਹਾਦਰ ਜੀ ਕੀ ਸ਼ਹਾਦਤ ਹੋ ਰਹੀ ਹੈ। ਸੋ ਸਮੁੱਚੇ ਹਿੰਦੁਸਤਾਨ ਦੀ ਜਿਤਨੀ ਵੀ ਲੋਕਾਈ ਹੈ, ਜਦੋਂ ਕੋਈ ਨਹੀਂ ਨਾ ਲੜ ਸਕਦਾ ਫਿਰ ਹਿਰਦੇ ਦੇ ਤਲ ਤੇ ਆਪਣੇ ਪਰਮਾਤਮਾ ਅੱਗੇ ਅਰਦਾਸ ਜ਼ਰੂਰ ਕਰ ਦਿੰਦਾ ਹੈ ਕਿ ਰੱਬਾ ਹੁਣ ਇੱਥੇ ਤੂੰ ਹੀ ਸਾਡੀ ਸਹਾਇਤਾ ਕਰ, ਇਸ ਦੁਸ਼ਟ ਦਾ ਨਾਸ਼ ਕਰ। ਉਹੀ ਚੀਜ਼ ਫਿਰ ਕਈ ਵਾਰ ਦੁੱਖ ਬਣ ਜਾਂਦੀ ਹੈ। ਤੇ ਇਸ ਵੇਲੇ ਇਸ ਬਾਦਸ਼ਾਹ ਦੇ ਨਾਲ ਹੁਣ ਹੋਣਾ ਸ਼ੁਰੂ ਹੋ ਗਿਆ। ਇਹ ਆਪਣੇ ਘਰ ਅੰਦਰ ਵੀ ਡਰ ਰਿਹਾ, ਹੋਰ ਵੀ ਕਿਤੇ ਨਹੀਂ ਵਿਚਰ ਰਿਹਾ, ਤੇ ਸਮੁੱਚੇ ਹਿੰਦੁਸਤਾਨ ਦੇਸ਼ ਵਿੱਚ ਇੱਕ ਬਗਾਵਤ, ਇੱਕ ਬਹੁਤ ਬੁਲੰਦ ਆਵਾਜ਼ ਉੱਠ ਰਹੀ ਹੈ ਵੀ ਇਹ ਬਾਦਸ਼ਾਹ ਔਰੰਗਜ਼ੇਬ ਨੇ ਬਹੁਤ ਗਲਤ ਕੀਤਾ ਤੇ ਇਸ ਗੱਲ ਦਾ ਵੀ ਇਸ ਨੂੰ ਭੈ ਹੈ ਕਿ ਜੇਕਰ ਇਹ ਵਿਰੋਧਤਾ ਉੱਠਦੀ ਹੈ ਤੇ ਇਹਦੇ ਵਿੱਚ ਮੇਰੇ ਰਾਜ ਦੇ ਖਤਮ ਹੋਣ ਦਾ ਵੀ ਖਤਰਾ ਹੈ। ਸੋ ਪੀਰ ਨੇ ਆਪਣੇ ਇਲਮ ਨਾਲ ਜੋ ਕੁਝ ਵੇਖਿਆ ਉਹ ਤੇ ਉਹਦੀ ਕਮਾਈ, ਉਹਦੀ ਸਿੱਧੀ, ਉਹਦੀ ਸਿਆਣਪ, ਤੇ ਜੇ ਕਿਤੇ ਉਹ ਇਸ ਦੇਸ਼ ਵਿੱਚ ਵਿਚਰਨ ਵਾਲਾ ਹੈ ਤੇ ਉਹਨੂੰ ਇਹ ਵੀ ਲਾਜ਼ਮੀ ਪਤਾ ਲੱਗ ਗਿਆ ਹੋਣਾ ਵੀ ਜੋ ਕਰਮ ਇਸ ਬਾਦਸ਼ਾਹ ਨੇ ਕੀਤੇ ਨੇ ਹੁਣ ਉਹਦਾ ਫਲ ਵੀ ਇਸ ਨੂੰ ਭੋਗਣਾ ਪੈਣਾ। ਇਸ ਲਈ ਉਹਨੇ ਇਸ ਨੂੰ ਸਮਝਾਉਣ ਦੇ ਲਈ ਇਦਾਂ ਗੱਲ ਕਰ ਦਿੱਤੀ ਕਿ ਬਾਦਸ਼ਾਹ ਹੁਣ ਦਿੱਲੀ ਵਸਣਾ ਤੇਰੇ ਲਈ ਠੀਕ ਨਹੀਂ ਹੈ, ਕਿਤੇ ਹੋਰ ਨਿਕਲ ਜਾ, ਇੱਥੇ ਤੈਨੂੰ ਸੁੱਖ ਨਹੀਂ ਮਿਲਣ ਵਾਲਾ, ਇੱਥੇ ਹੁਣ ਡਰ ਇਦਾਂ ਹੀ ਬਣਿਆ ਰਹਿਣਾ। ਉਹਨੇ ਇਸ਼ਾਰੇ ਮਾਤਰ ਕਹਿ ਦਿੱਤਾ ਕਿ ਇੱਥੇ ਹੁਣ ਤੇਰੇ ਲਈ ਸੁੱਖ ਨਹੀਂ ਹੈ, ਇੱਥੇ ਇਹ ਡਰ ਇਦਾਂ ਹੀ ਬਰਕਰਾਰ ਰਹਿਣਾ ਹੈ ਜੀ। ਸੁਪਤੈ ਵਹਿਰ ਸਰਬ ਲਖ ਪਾਵੈ। ਸੁਪਤੈ ਵਹਿਰ ਜਦੋਂ ਸੌਂਦਾ ਹੈ ਤੇ ਉਹ ਸਭ ਕੁਝ ਇਹਦੇ ਨੇਤਰਾਂ ਦੇ ਸਾਹਮਣੇ ਆਉਂਦਾ ਹੈ। ਜਦੋਂ ਸੌਂਦਾ ਹੈ ਜੋ ਕੁਝ ਹੁਕਮ ਦਿੱਤੇ ਨੇ, ਜੋ ਕਤਲ ਕਰਵਾਏ ਨੇ, ਉਹ ਸਭ ਕੁਝ ਇੱਕ ਡਰ ਬਣਦਾ ਹੈ ਜੀ। ਪੁਰ ਮੈਂ ਨਿਸਾ ਬਸਨ ਹੋਏ ਨਾਹੀ। ਰਾਤ ਨੂੰ ਸੌ ਨਹੀਂ ਸਕਦਾ। ਤੇ ਗੁਰਮੁਖੋ ਮੈਂ ਇੱਥੇ ਇੱਕ ਬੇਨਤੀ ਹੋਰ ਕਰ ਦੇਣਾ, ਜਦੋਂ ਬੰਦੇ ਨੇ ਅੱਤ ਦੇ ਮਾੜੇ ਕਰਮ ਕੀਤੇ ਹੋਣ ਨਾ, ਬੜਾ ਔਖਾ ਹੁੰਦਾ ਹੈ ਇਹਨਾਂ ਦਾ ਫਲ ਭੋਗਣਾ। ਆ ਵੇਖੋ ਅਸੀਂ ਕਹਿ ਦਿੰਦੇ ਹਾਂ ਕਈ ਵਾਰ ਬਾਦਸ਼ਾਹ ਲੋਕ ਬੜੇ ਨਸ਼ੇ ਕਰਿਆ ਕਰਦੇ ਨੇ, ਬਹੁਤ ਨਸ਼ੇੜੀ। ਜਿਵੇਂ ਜਹਾਂਗੀਰ ਦੀ ਗੱਲ ਕਰਾਂਗੇ ਨਾ ਤੇ ਉਹ ਬਹੁਤ ਵੱਡਾ ਨਸ਼ੇੜੀ ਸੀ। ਕਿਉਂ? ਕਿਉਂਕਿ ਉਹਨੇ ਵੀ ਆਪਣੇ ਹੁਕਮਾਂ ਦੇ ਨਾਲ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਸ਼ਹੀਦ ਕਰਵਾ ਦਿੱਤਾ। ਹੁਣ ਮਹਾਰਾਜ ਸ਼ਹਾਦਤ ਦਾ ਜਾਮ ਪੀ ਗਿਆ, ਲੇਕਿਨ ਉਸ ਮਾੜੇ ਕਰਮ ਦਾ ਪ੍ਰਭਾਵ ਉਸ ਤੇ ਇਤਨਾ ਪਿਆ ਕਿ ਹੁਣ ਉਸ ਰੋਗ ਨੂੰ ਭੁੱਲਣ ਦੇ ਲਈ ਉਹ ਦਿਨੇ ਰਾਤ ਨਸ਼ੇ ਵਿੱਚ ਗਲਤਾਨ ਰਹਿੰਦਾ ਹੈ। ਇਹ ਇਦਾਂ ਫਿਰ ਉਹ ਜਿਹੜੀ ਪੀੜਾ ਹੁੰਦੀ ਹੈ ਨਾ ਉਹਨੂੰ ਮੁਕਾਉਣ ਦੇ ਲਈ ਫਿਰ ਇੱਕ ਦਬਾਅ ਬਣਾ ਲੈਂਦੇ ਨੇ ਵੀ ਚਲੋ ਹੁਣ ਨਸ਼ਾ ਕਰੋ ਤੇ ਪੈ ਰਹੋ, ਹੋਰ ਤੇ ਕੋਈ ਹੱਲ ਨਹੀਂ। ਸੋ ਇਸ ਵੇਲੇ ਇਹ ਹੁਣ ਆਰਾਮ ਨਾਲ ਆਪਣੇ ਆਸਨ ਤੇ ਨਹੀਂ ਸੌ ਸਕਦਾ ਹੈ ਜੀ। ਹਜੋ ਕਰੈ ਸਭ ਆਪਸ ਮਾਹੀ। ਹਜੋ ਕਰੈ ਸਭ, ਹੁਣ ਜਿਸ ਵੇਲੇ ਵਰਤ ਰਿਹਾ ਹੈ ਨਾ, ਹੁਣ ਕੋਈ ਹੱਲ ਨਹੀਂ ਹੈ ਤੇ ਹੁਣ ਅੱਗੇ ਜੋ ਕੁਝ ਇਸ ਨੇ ਕਰਨਾ ਹੈ ਜੀ। ਯਾ ਤੇ ਕਰ ਮੁਹਿੰਮ ਕਿਤੇ ਔਰ। ਯਾ ਤੇ ਕਰ ਮੁਹਿੰਮ ਕੇ ਤੌਰ, ਇਸ ਲਈ ਵੀ ਹੁਣ ਕਿਤੇ ਹੋਰ ਦੂਰ ਦੇਸ਼ ਆਸੇ ਪਾਸੇ ਕੋਈ ਮੁਹਿੰਮ ਜਿਹੜੀ ਹੈ ਉਸ ਪਾਸੇ ਵੱਲ ਨੂੰ ਚਲੇ ਜਾਓ। ਲੈ ਗਮਨੋ ਲਸਕਰ ਕੋ ਜੋਰ। ਆਪਣਾ ਲਸ਼ਕਰ ਲੈ ਕਰਕੇ ਤੇ ਕਿਤੇ ਹੋਰ ਕੋਈ ਜੰਗ ਜਾਂ ਕੋਈ ਮੁਹਿੰਮ, ਜਿਵੇਂ ਬਾਦਸ਼ਾਹਾਂ ਦੀਆਂ ਮੁਹਿੰਮਾਂ ਕਈ ਪਾਸੇ ਚੱਲਦੀਆਂ ਹੁੰਦੀਆਂ ਨੇ, ਉਸ ਪਾਸੇ ਚਲੇ ਜਾਓ। ਸੰਮਤ ਕੇਤਿਕ ਬੀਤ ਤੈ ਜਹ। ਤੇ ਜਦੋਂ ਕੁਝ ਸਮਾਂ ਬਤੀਤ ਹੋ ਜਾਏਗਾ, ਕੁਝ ਸਾਲ ਬਤੀਤ ਹੋ ਜਾਣਗੇ। ਬਾਤ ਪੁਰਾਤਨ ਤਉ ਪਰ ਜਹ। ਕੁਝ ਸਾਲ ਕੁਝ ਵਰੇ ਬਤੀਤ ਹੋਣ ਤੋਂ ਬਾਅਦ ਇਹ ਜਿਹੜੀ ਬਾਤ ਹੈ, ਇਹ ਜਿਹੜੀ ਘਟਨਾ ਹੈ ਥੋੜੀ ਪੁਰਾਣੀ ਹੋ ਜਾਵੇਗੀ। ਸੁਨਤ
ਪੀਰ ਤੇ ਭਇਓ ਨਿਰਾਸ। ਤੇ ਜਿਸ ਵਕਤ ਬਾਦਸ਼ਾਹ ਦੇ ਮੁਖ ਤੋਂ ਬਾਦਸ਼ਾਹ ਨੇ ਪੀਰ ਦੇ ਮੁਖ ਤੋਂ ਇਹ ਬਚਨ ਸੁਣੇ ਹਨ, ਇਹ ਨਿਰਾਸ਼ ਹੋ ਗਿਆ ਹੈ। ਮਿਟ ਗਈ ਪੂਰੀ ਬਾਸ ਕੀ ਆਸ। ਇਹਦੀ ਆਸ ਮਿਟ ਗਈ, ਮਾਨੋ ਹੁਣ ਇੱਥੇ ਰਹਿਣਾ ਇਹਦੇ ਲਈ ਠੀਕ ਨਹੀਂ ਹੈ ਜੀ। ਹਤੋ ਜਾਏ ਅਬ ਤਾਨੇ ਸ਼ਾਹ। ਫਿਰ ਇਸ ਨੇ ਵਿਚਾਰਿਆ ਵੀ ਹੁਣ ਦੱਖਣ ਦੀ ਮੁਹਿੰਮ ਫਤਿਹ ਕਰਦੇ ਆ। ਤੇ ਮੈਂ ਕੱਲ ਵੀ ਥੋੜਾ ਜਿਹਾ ਜ਼ਿਕਰ ਕੀਤਾ ਸੀ, ਦੱਖਣ ਦੀ ਮੁਹਿੰਮ ਤਾਨੇ ਸ਼ਾਹ ਇਹ ਬਾਦਸ਼ਾਹ ਹੈ। ਗੋਲਕੁੰਡਾ ਦੀ ਗੋਲਕੁੰਡਾ ਦੱਖਣ ਦੀ ਇੱਕ ਰਿਆਸਤ ਹੈ, ਇਸਲਾਮੀ ਰਿਆਸਤ ਸੀ, ਤੇ ਉੱਥੋਂ ਦਾ ਇਹ ਮੁਖੀ ਬਾਦਸ਼ਾਹ ਹੈ। ਹੈਦਰਾਬਾਦ ਉੱਥੋਂ ਦੀ ਮੁੱਖ ਰਾਜਧਾਨੀ ਰਹੀ ਹੈ। ਸੋ ਦੱਖਣ ਦੀ ਮੁਹਿੰਮ ਫਤਿਹ ਕਰਨ ਦੇ ਲਈ ਇਸਨੇ ਆਪਣੀਆਂ ਫੌਜਾਂ ਨੂੰ ਉਸ ਪਾਸੇ ਵੱਲ ਤੋਰਿਆ ਹੈ ਜੀ। ਤਿਤਿ ਬੈ ਕੋ ਕਰੋ ਨਿਬਾਹ। ਤੇ ਉੱਥੇ ਬਹੁਤ ਸਮਾਂ ਲੱਗਣਾ, ਕਿਉਂਕਿ ਉਹ ਵੀ ਬਹੁਤ ਵੱਡੀ ਮੁਹਿੰਮ ਹੈ ਜੀ। ਇਮ ਨਿਸ਼ਚੈ ਕਰ ਸਭ ਵਿਦ ਤਿਆਰੀ। ਇਸ ਵਿਦ ਨਿਸ਼ਚੈ ਕਰਕੇ ਇਸਨੇ ਤਿਆਰੀ ਕਰ ਲਈ ਹੈ ਵੀ ਹੁਣ ਇਸ ਮੁਹਿੰਮ ਨੂੰ ਅਸੀਂ ਫਤਿਹ ਕਰਾਂਗੇ। ਕਰੀ ਹਕਾਰਨ ਸੈਨਾ ਸਾਰੀ। ਇਸ ਨੇ ਹੁਕਮ ਦੇ ਕਰਕੇ ਆਪਣੀ ਸਾਰੀ ਸੈਨਾ ਜਥੇਬੰਦ ਕਰ ਲਈ ਹੈ ਵੀ ਇਤਨੀ ਸੈਨਾ ਨਾਲ ਲੈ ਕਰਕੇ, ਇਤਨੇ ਘੋੜਸਵਾਰ, ਇਤਨੇ ਸਿਪਾਹੀ, ਇੰਨਾ ਆਪਣਾ ਗੋਲੀ ਸਿੱਕਾ ਆਦਿਕ ਨਾਲ ਲੈ ਕਰਕੇ ਤੇ ਮੁਹਿੰਮ ਨੂੰ ਫਤਿਹ ਕਰਨ ਦੇ ਲਈ ਜਾਣਾ ਹੈ ਜੀ। ਤੋਪ ਰਹਿ ਕਲੇ ਆਦ ਕਨੇਰੇ। ਤੋਪ ਰਹਿ ਕੱਲੇ, ਭਾਵ ਜਿਵੇਂ ਤੋਪਚੀ ਤੋਪ ਚਲਾਉਣ ਵਾਲੇ ਜਿਹੜੇ ਰਹਿ ਕੱਲੇ ਜਾਂ ਆਦਿਕ ਜਿਹੜੇ ਜੰਗੀ ਸ਼ਸਤਰ ਹਨ ਉਹ ਇਕੱਤਰ ਕਰਵਾਏ ਹਨ। ਲੈ ਕਰ ਚੜ ਚਾਲਿਓ ਤਿਸ ਬੇਰੇ। ਤੇ ਲੈ ਕਰਕੇ ਭਾਵ ਸਾਰੀ ਫੌਜ ਦੀ ਅਗਵਾਈ ਹੇਠ ਆਪ ਫਿਰ ਦੱਖਣ ਦੀ ਮੁਹਿੰਮ ਨੂੰ ਚੜ੍ਹਦਾ ਹੈ ਜੀ। ਦੋਹਰਾ ਸੁਨਤ ਕਿਰਪਾਲ ਕਿਰਪਾਲ ਜੁਤ ਦਿਲ ਵਾਲਣ ਕੀ ਗਾਥ। ਮੂੜ ਨੁਰੰਗ ਪ੍ਰਸੰਗ ਕੋ ਪੁਨ ਬੁਝਿਓ ਤਿਨ ਸਾਥ। ਇਸ ਵਿਦ ਭਾਈ ਸੰਤੋਖ ਸਿੰਘ ਸਾਹਿਬ ਜੀ ਜ਼ਿਕਰ ਕਰਦੇ ਹਨ ਕਿ ਇਹ ਜਿਹੜੀ ਸਾਰੀ ਵਿਥਿਆ ਹੈ ਨਾ, ਇਹ ਸਾਰੀ ਘਟਨਾ ਜੋ ਹੈ ਇਹ ਦਿੱਲੀ ਤੋਂ ਆਈ ਹੋਈ ਸਿੱਖ ਸੰਗਤ ਜਿਹੜੀ ਹੈ, ਜਿਵੇਂ ਵਣਸਾਰੇ ਸਿੱਖ ਭਾਈ ਲੱਖੀ ਸ਼ਾਹ ਜੀ ਆਦਿਕ ਦਰਸ਼ਨ ਕਰਨ ਆਏ। ਪ੍ਰਥਮ ਤੇ ਉਹਨਾਂ ਨੇ ਉਹ ਸਾਰੀ ਵਿਥਿਆ ਦੱਸੀ, ਜਿਵੇਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕੇ ਸੰਸਕਾਰ ਕੀਤੇ ਸਨ ਪਾਵਨ ਧੜ ਦੇ, ਤੇ ਨਾਲ ਹੀ ਹੁਣ ਜੋ ਸਮੇਂ ਦੇ ਬਾਦਸ਼ਾਹ ਦੇ ਨਾਲ ਵਰਤ ਰਿਹਾ ਹੈ ਵਰਤਾਰਾ ਉਹ ਜ਼ਿਕਰ ਕੀਤਾ। ਅੱਗੇ ਥੋੜੀ ਜਿਹੀ ਵਿਥਿਆ ਹੈ ਦੱਖਣ ਦੀ ਮੁਹਿੰਮ ਦੀ, ਜਿਹੜੀ ਕਿ ਆਈ ਹੋਈ ਸੰਗਤ ਨੇ ਮਹਾਰਾਜ ਜੀ ਕੇ ਸਨਮੁਖ ਬੈਠ ਕਰਕੇ ਸ੍ਰੀ ਅਨੰਦਪੁਰ ਸਾਹਿਬ ਦੀ ਸੰਗਤ ਗੁਰਸਿੱਖਾਂ ਤੇ ਮੁਸੰਦਾਂ ਦੇ ਨਾਲ ਸਾਂਝੀ ਕੀਤੀ ਹੈ। ਪ੍ਰਥਮ ਭਾਈ ਸੰਤੋਖ ਸਿੰਘ ਸਾਹਿਬ ਜ਼ਿਕਰ ਕਰਦੇ ਨੇ, ਸੁਣਤ ਕਿਰਪਾਲ ਕਿਰਪਾਲ ਜੁਤ ਦਿੱਲੀ ਵਾਲਨ ਕੀ ਗਾਤ, ਕਿ ਦਿੱਲੀ ਦੀ ਜਿਹੜੀ ਸੰਗਤ ਆਈ ਹੈ ਨਾ, ਸ਼੍ਰੀ ਅਨੰਦਪੁਰ ਸਾਹਿਬ ਦੀਵਾਨ ਅੰਦਰ ਸਾਰੀ ਸੰਗਤ ਜੁੜ ਬੈਠੀ ਹੈ ਤੇ ਦਿੱਲੀ ਦੇ ਆਏ ਹੋਏ ਸਿੱਖ ਸਾਰੀ ਵਿਥਿਆ ਸੁਣਾ ਰਹੇ ਨੇ। ਧੰਨ ਗੁਰੂ ਗੋਬਿੰਦ ਰਾਏ ਸਾਹਿਬ ਜੀ ਮਹਾਰਾਜ ਜੋ ਕਿ ਹੁਣ ਗੁਰਤਾ ਗੱਦੀਪੁਰ ਬਿਰਾਜਮਾਨ ਹਨ, ਉਹ ਵੀ ਸੁਣ ਰਹੇ ਨੇ, ਤੇ ਨਾਲ ਸਤਿਗੁਰੂ ਜੀ ਕੇ ਮਾਮਾ ਕਿਰਪਾਲ ਚੰਦ ਜੀ ਜਿਹੜੇ ਉਸ ਵਕਤ ਅਗਵਾਈ ਵਿੱਚ ਬੈਠੇ ਨੇ, ਮੁਖੀ ਦੇ ਤੌਰ ਤੇ ਮਹਾਰਾਜ ਜੀ ਕੇ ਸੰਗ ਵਿਚਰਦੇ ਹਨ। ਸੋ ਸੁਣਤ ਕਿਰਪਾਲ ਕਿਰਪਾਲ ਯੁੱਤ, ਇੱਕ ਤੇ ਕਿਰਪਾਲੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੇ ਦੂਸਰੇ ਉਹਨਾਂ ਦੇ ਮਾਮਾ ਕਿਰਪਾਲ ਚੰਦ ਜੀ ਮਿਲ ਕਰਕੇ ਬੈਠੇ ਹਨ ਤੇ ਸਾਰੀ ਵਿਥਿਆ ਸੁਣ ਰਹੇ ਹਨ। ਤੇ ਸਾਰੀ ਗਾਥਾ ਜੋ ਹੈ ਉਹ ਦਿੱਲੀ ਦੀ ਸੰਗਤ ਦੱਸ ਰਹੀ ਹੈ। ਮੂੜ ਨੁਰੰਗ ਪ੍ਰਸੰਗ ਕੋ ਪੁੰਨ ਬੂਝਿਓ ਤਿਨ ਸਾਥ। ਫਿਰ ਇਸ ਤੋਂ ਅੱਗੇ ਮੂਰਖ ਬਾਦਸ਼ਾਹ, ਮੂੜ ਦੇ ਅਖਰੀ ਅਰਥ ਹੁੰਦੇ ਨੇ ਮੂਰਖ ਬਾਦਸ਼ਾਹ। ਮੂਰਖ ਬਾਦਸ਼ਾਹ ਔਰੰਗਜ਼ੇਬ ਦਾ ਜਿਹੜਾ ਪ੍ਰਸੰਗ ਹੈ, ਅਗਲੀ ਜਿਹੜੀ ਗਾਥਾ ਹੈ, ਅਗਲੀਆਂ ਜੋ ਘਟਨਾਵਾਂ ਹਨ ਕਿ ਜਿਵੇਂ ਉਹ ਦੱਖਣ ਦੇਸ਼ ਨੂੰ ਚੜ੍ਹਾਈ ਕਰਦਾ ਹੈ ਤੇ ਉੱਥੋਂ ਦੇ ਰਾਜੇ ਦੇ ਨਾਲ ਜੰਗ ਹੁੰਦੀ ਹੈ, ਤਾਨੇ ਸ਼ਾਹ ਨੂੰ ਸੰਧੀ ਤੋੜ ਕਰਕੇ ਉਸਨੇ ਜ਼ਬਰਦਸਤੀ ਮਾਰ ਦਿੱਤਾ ਸੀ। ਸੋ ਉਹ ਸਾਰੀ ਵਿਥਿਆ ਸਾਰੀ ਗਾਥਾ ਜੋ ਹੈ ਉਹ ਹੁਣ ਸੰਗਤ ਦੱਸ ਰਹੀ ਹੈ ਜੀ। ਚੌਪਈ ਤਾਨੇ ਸ਼ਾਹ ਜੋ ਦੱਖਣ ਕੇਰਾ। ਤਾਨੇ ਸ਼ਾਹ ਜਿਹੜਾ ਹੈ ਇਹ ਦੱਖਣ ਦਾ ਮੁਖੀ ਬਾਦਸ਼ਾਹ ਹੈ। ਦੱਖਣ ਦੇ ਅੰਦਰ ਗੋਲਕੁੰਡਾ ਇਸਲਾਮੀ ਇੱਕ ਬਹੁਤ ਵੱਡੀ ਰਿਆਸਤ ਹੈ ਤੇ ਉੱਥੋਂ ਦਾ ਮੁਖੀ ਬਾਦਸ਼ਾਹ ਇਹ ਤਾਨੇ ਸ਼ਾਹ ਹੈ ਜੀ। ਕਯੋ ਕਰ ਪਇਓ ਤਾਂ ਸੰਗ ਬੈਰਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਮਾਮਾ ਕਿਰਪਾਲ ਚੰਦ ਜੀ ਦਿੱਲੀ ਵਾਲੀ ਸੰਗਤ ਨੂੰ ਪੁੱਛਣ ਲੱਗੇ ਕਿ ਜੇਕਰ ਆਪ ਨੂੰ ਪਤਾ ਹੋਵੇ ਤੇ ਥੋੜਾ ਸਾਨੂੰ ਇਹ ਵੀ ਦੱਸੋ ਕਿ ਇਹ ਦੱਖਣ ਵਾਲੀ ਜਿਹੜੀ ਮੁਹਿੰਮ ਸ਼ੁਰੂ ਹੋਈ ਹੈ ਤੇ ਉੱਥੋਂ ਦਾ ਜਿਹੜਾ ਮੁਖੀ ਬਾਦਸ਼ਾਹ ਹੈ ਤਾਨੇ ਸ਼ਾਹ, ਉਹਦੇ ਨਾਲ ਇਹਦਾ ਵੈਰ ਕਿਵੇਂ ਪਿਆ, ਕੀ ਕਾਰਨ ਸਨ। ਕੁਝ ਤੇ ਜ਼ਿਕਰ ਇਹ ਸਾਖੀ ਵਿੱਚ ਟੂਕ ਮਾਤਰ ਭਾਈ ਸਾਹਿਬ ਜੀ ਹੋਰਾਂ ਨੇ ਕੀਤਾ ਹੈ, ਲੇਕਿਨ ਬਹੁਤੇ ਵਿਸਤਾਰ ਵਿੱਚ ਵੇਖਣਾ ਹੋਵੇ ਤੇ ਫਿਰ ਸਾਨੂੰ ਇਤਿਹਾਸ ਦੇ ਕੁਝ ਹੋਰ ਸਰੋਤ ਵੀ ਫਰੋਲਣੇ ਪੈਂਦੇ ਨੇ, ਕਿਉਂਕਿ ਦੱਖਣ ਦੀ ਇਹ ਮੁੱਖ ਰਿਆਸਤ ਇਸਲਾਮੀ ਰਿਆਸਤ ਗੋਲਕੁੰਡਾ
ਤੇ ਇੱਥੋਂ ਦਾ ਜਿਹੜਾ ਵੱਡਾ ਹੁਕਮਰਾਨ ਹੈ ਉਹ ਤਾਨੇਸ਼ਾਹ। ਤੇ ਤਾਨੇਸ਼ਾਹ ਜਿਸ ਥਾਂ ਤੇ ਬੈਠਦਾ ਹੈ ਉਹਦੀ ਮੁੱਖ ਰਾਜਧਾਨੀ ਹੈ ਹੈਦਰਾਬਾਦ, ਜਿੱਥੇ ਆਪ ਜਾਂਦੇ ਹੋ। ਤੇ ਇਹ ਜਿਹੜੀ ਹੈਦਰਾਬਾਦ ਰਾਜਧਾਨੀ ਹੈ, ਇਹਦਾ ਜਦੋਂ ਪਿਛੋਕੜ ਅਸੀਂ ਇਤਿਹਾਸ ਵਿੱਚ ਵੇਖਦੇ ਹਾਂ, ਇਹ ਕੋਈ 1599 ਈਸਵੀ ਦੇ ਵਿੱਚ ਕੁਤਬਦੀਨ ਮੁਹੰਮਦ ਅਲੀ ਬਾਦਸ਼ਾਹ ਇੱਕ ਹੋਇਆ, ਉਸਨੇ ਇਹ ਰਾਜਧਾਨੀ ਆਬਾਦ ਕੀਤੀ, ਉਸਨੇ ਵਸਾਇਆ। ਤੇ ਇਹਦਾ ਨਾਮ ਜਿਹੜਾ ਪਹਿਲਾਂ ਸੀ ਉਹ ਭਾਗਨਗਰ ਸੀ, ਕਿਉਂਕਿ ਉਸਨੇ ਆਪਣੀ ਪਤਨੀ ਦੇ ਨਾਮ ਤੇ ਇਹ ਇੱਕ ਰਾਜ ਵਸਾਇਆ ਸੀ, ਦੇਸ਼ ਵਸਾਇਆ ਸੀ। ਤੇ ਉਹਦੀ ਮੌਤ ਤੋਂ ਬਾਅਦ ਫਿਰ ਇਹਦਾ ਨਾਮ ਜਿਹੜਾ ਹੈ ਸਮੇਂ ਦੀ ਸਰਕਾਰਾਂ ਤੇ ਹੁਕਮਰਾਨਾਂ ਨੇ ਮਿਲ ਕਰਕੇ ਹੈਦਰਾਬਾਦ ਰੱਖ ਦਿੱਤਾ। ਉੱਥੋਂ ਇਹ ਉਹਦਾ ਮੁੱਖ ਟਿਕਾਣਾ ਹੈ। ਉਹਦੇ ਨਾਲ ਬਾਦਸ਼ਾਹ ਦਾ ਵਿਗਾੜ ਪਿਆ। ਕਿਉਂ ਪਿਆ? ਕਿਉਂਕਿ ਤਾਨੇਸ਼ਾਹ ਦੇ ਨਾਲ ਇਸ ਦੇ ਪਿਤਾ ਸ਼ਾਹਜਹਾਂ ਦੀ ਇੱਕ ਸੰਧੀ ਹੋਈ ਸੀ। ਸ਼ਾਹਜਹਾਂ ਨੇ ਉੱਥੋਂ ਦੇ ਗੋਲਕੁੰਡਾ ਦੇ ਮੁੱਖ ਬਾਦਸ਼ਾਹ ਤਾਨੇਸ਼ਾਹ ਦੇ ਨਾਲ ਇੱਕ ਸੰਧੀ ਕੀਤੀ ਸੀ, ਕਿਉਂਕਿ ਉਹ ਵੀ ਬਹੁਤ ਵੱਡਾ ਬਾਦਸ਼ਾਹ, ਬੜੀ ਫੌਜ ਰੱਖਦਾ ਸੀ। ਤੇ ਉਧਰ ਤੋਂ ਆਉਣ ਵਾਲੀ ਅਫਗਾਨਿਸਤਾਨ ਤੇ ਇਹਨਾਂ ਦੂਰ ਦੇਸ਼ਾਂ ਤੋਂ ਆਉਣ ਵਾਲੀ ਸਾਰੀ ਫੌਜ ਦੇ ਵਿਚਾਲੇ ਇਹ ਬਾਦਸ਼ਾਹ ਬਹਿੰਦਾ ਸੀ। ਤੇ ਜਦੋਂ ਉਹ ਫੌਜ ਦਿੱਲੀ ਤੇ ਹਮਲਾ ਕਰਦੀ ਸੀ ਤੇ ਪਹਿਲਾਂ ਉਹ ਜੰਗਾ ਕਰਿਆ ਕਰਦਾ ਸੀ। ਸੰਧੀ ਇਹ ਹੋਈ ਸੀ ਵੀ ਕਿਸੇ ਵੀ ਫੌਜ ਨੂੰ ਅੱਗੇ ਨਹੀਂ ਲੰਘਣ ਦੇਵੇਗਾ, ਤੇ ਜਿਹੜਾ ਬਾਦਸ਼ਾਹ ਔਰੰਗਜ਼ੇਬ ਹੈ ਕਦੇ ਵੀ ਉਹਦੇ ਤੇ ਹਮਲਾ ਨਹੀਂ ਕਰੇਗਾ। ਭਾਵ ਜਿਵੇਂ ਬਾਦਸ਼ਾਹ ਔਰੰਗਜ਼ੇਬ ਨੇ ਜਾਂ ਉਹਦੇ ਪਿਤਾ ਸ਼ਾਹਜਹਾਂ ਨੇ ਇਧਰ ਅਜਮੇਰ ਤੇ ਆਦਿਕ ਇਹਨਾਂ ਰਿਆਸਤਾਂ ਨੂੰ ਫਤਿਹ ਕਰ ਲਿਆ ਨਾ, ਤੇ ਸਾਰਾ ਆਪਣੇ ਅਧੀਨ ਕਰ ਲਿਆ। ਜਦੋਂ ਦੱਖਣ ਦੇਸ਼ ਵੱਲ ਨੂੰ ਚੜ੍ਹਿਆ ਤੇ ਫਤਿਹ ਤੇ ਉਹਨੂੰ ਕਰਨਾ ਚਾਹੁੰਦਾ ਸੀ, ਪਰੰਤੂ ਇੱਕ ਡਰ ਵੀ ਸੀ ਵੀ ਜੇ ਕਿਤੇ ਪੂਰਨ ਤੌਰ ਤੇ ਮੇਰੀ ਫੌਜ ਇਸ ਬਾਰਡਰ ਨੂੰ ਨਾ ਸੰਭਾਲ ਸਕੀ, ਫਿਰ ਦੂਰ ਦੇਸ਼ਾਂ 'ਚ ਆਉਣ ਵਾਲੀਆਂ ਫੌਜਾਂ ਦਿੱਲੀ ਦਾ ਤਖਤ ਵੀ ਸਾਡੇ ਤੋਂ ਹਥਿਆ ਸਕਦੀਆਂ ਨੇ। ਬਾਦਸ਼ਾਹ ਰਾਜਨੀਤੀ ਰਣਨੀਤੀ ਨਾਲ ਲੜਿਆ ਕਰਦੇ ਨੇ। ਸੋ ਇਸ ਨੇ ਜਿਵੇਂ ਕਿਵੇਂ ਉਹਦੇ ਉੱਪਰ ਆਪਣੀ ਫੌਜ ਦਾ ਜ਼ੋਰ ਪਾ ਕਰਕੇ ਉਹਦੇ ਨਾਲ ਸੰਧੀ ਕਰ ਲਈ ਕਿ ਤੇਰਾ ਰਾਜ ਇਸੇ ਤਰ੍ਹਾਂ ਰਹੇਗਾ, ਅਸੀਂ ਹਮਲਾ ਨਹੀਂ ਕਰਾਂਗੇ, ਬਸ ਸ਼ਰਤ ਇਹ ਹੈ ਵੀ ਇੱਧਰ ਵਾਲੀ ਫੌਜ ਤੂੰ ਦਿੱਲੀ ਨਹੀਂ ਚੜ੍ਹਾਈ ਕਰਨ ਦੇਣੀ ਤੇ ਅਸੀਂ ਤੇਰੇ ਤੇ ਨਹੀਂ ਚੜ੍ਹਾਈ ਕਰਾਂਗੇ। ਇੱਦਾਂ ਇੱਕ ਸੰਧੀ ਹੋ ਗਈ। ਬੜਾ ਲੰਬਾ ਸਮਾਂ ਇਸੇ ਤਰ੍ਹਾਂ ਇਹ ਦੇਸ਼ ਦਾ ਰਾਜ ਚੱਲਦਾ ਰਿਹਾ। ਤੇ ਜਿਸ ਵਕਤ ਸ਼ਾਹਜਹਾਂ ਮਰਦਾ ਹੈ, ਉਸ ਨੇ ਪਹਿਲਾਂ ਆਪਣੇ ਪੁੱਤਰ ਔਰੰਗਜ਼ੇਬ ਨੂੰ ਇਹ ਕਹਿ ਵੀ ਦਿੱਤਾ ਸੀ ਜੇਲ੍ਹ ਵਿੱਚ ਬੈਠਿਆ ਵੀ ਜੇ ਤੂੰ ਰਾਜ ਸਲਾਮਤ ਰੱਖਣਾ ਹੈ ਨਾ ਤੇ ਦੱਖਣ ਵਾਲੀ ਮੁਹਿੰਮ ਤੇ ਨਾ ਚੜੀ, ਕਿਉਂਕਿ ਉਹਦੇ ਨਾਲ ਸਾਡੀ ਸੰਧੀ ਹੋਈ ਹੈ। ਤੇ ਜੇ ਕਿਧਰੇ ਤੂੰ ਉਧਰ ਨੂੰ ਚੜ੍ਹਾਈ ਕਰਦਾ ਹੈ ਤੇ ਫਿਰ ਆਉਣ ਵਾਲੇ ਸਮੇਂ ਵਿੱਚ ਸਾਡੇ ਲਈ ਬਹੁਤ ਵੱਡੀ ਮੁਸ਼ਕਲ ਖੜੀ ਹੋ ਸਕਦੀ ਹੈ, ਬਾਹਰ ਦੀਆਂ ਫੌਜਾਂ ਇੱਥੇ ਹਮਲੇ ਕਰਨਗੀਆਂ। ਲੇਕਿਨ ਇਹ ਮੂਰਖ ਬਾਦਸ਼ਾਹ, ਇਸ ਨੇ ਆਪਣੇ ਪਿਤਾ ਸ਼ਾਹਜਹਾਂ ਦੀ ਬਾਤ ਨਹੀਂ ਮੰਨੀ, ਇੱਥੋਂ ਤੱਕ ਕਿ ਸੰਧੀ ਤੋੜ ਕਰਕੇ ਉਸ ਬਾਦਸ਼ਾਹ ਦੇ ਉੱਪਰ ਹਮਲਾ ਕਰ ਦਿੱਤਾ ਬਿਨਾਂ ਉਸ ਨੂੰ ਕੋਈ ਖਬਰ ਦਿੱਤੇ। ਇਸ ਵੇਲੇ ਇਸ ਨੇ ਹਮਲਾ ਕੀਤਾ, ਭਾਵੇਂ ਕਿ ਉਸ ਬਾਦਸ਼ਾਹ ਨੂੰ ਇਸ ਨੇ ਖਤਮ ਕਰ ਦਿੱਤਾ, ਲੇਕਿਨ ਉਸ ਸੰਧੀ ਤੋੜਨ ਦਾ ਫਿਰ ਇਹਨੂੰ ਅਗਲੇ ਸਮੇਂ ਵਿੱਚ ਆ ਕਰਕੇ ਬਹੁਤ ਭਿਅੰਕਰ ਨਤੀਜਾ ਜਿਹੜਾ ਹੈ ਉਹ ਭੁਗਤਣਾ ਪਿਆ ਸੀ। ਇਸ ਵੇਲੇ ਇਹ ਕੁਝ ਇਉਂ ਮੈਂ ਕਹਿ ਦੇਵਾਂ ਵੀ ਉਹ ਮੁਹਿੰਮ ਨੇ ਫਤਿਹ ਤੇ ਕਰ ਲਈ, ਲੇਕਿਨ ਫਿਰ ਉਸ ਮੁਹਿੰਮ ਤੋਂ ਇਹਦੀ ਫੌਜ ਕਦੇ ਪਿਛਾ ਨਹੀਂ ਹਟ ਸਕੀ। ਤੇ ਇੱਥੋਂ ਤੱਕ ਕਿਉਂਕਿ ਜਦੋਂ ਅਸੀਂ ਰਾਜਨੀਤਿਕ ਪੱਖ ਤੇ ਇਸ ਹਿੰਦੁਸਤਾਨ ਦੇਸ਼ ਦੇ ਇਤਿਹਾਸ ਵਿੱਚ ਝਾਤ ਮਾਰਦੇ ਹਾਂ ਨਾ, ਤੇ ਇਹ ਦੱਖਣ ਦੀ ਮੁਹਿੰਮ ਇਸ ਨੇ ਐਸੀ ਛੇੜੀ ਵੀ ਇਹਦੀ ਬਹੁਤ ਸਾਰੀ ਫੌਜ ਸਦਾ ਫਿਰ ਉੱਥੇ ਹੀ ਲੱਗੀ ਰਹੀ। ਤੇ ਉਸ ਫੌਜ ਦਾ ਜਿੰਨਾ ਵੀ ਖਰਚਾ ਸੀ ਨਾ, ਉਹ ਖਰਚਾ ਪੂਰਾ ਕਰਨ ਦੇ ਲਈ ਫਿਰ ਇੱਧਰ ਹਿੰਦੁਸਤਾਨ ਦੇਸ਼ ਵਿੱਚ ਖਾਸ ਕਰਕੇ ਪੰਜਾਬ ਦੇਸ਼ ਤੇ ਹੋਰ ਦੇਸ਼ਾਂ ਦੇ ਉੱਪਰ ਫਿਰ ਇਹਨੇ ਬੜੇ ਭਾਰੀ ਟੈਕਸ ਲਾਏ, ਕਿਉਂਕਿ ਇੱਧਰੋਂ ਇਹ ਧਨ ਇਕੱਠਾ ਕਰਕੇ ਤੇ ਉੱਧਰ ਆਪਣੀ ਫੌਜ ਦਾ ਜਿਹੜਾ ਗੁਜ਼ਾਰਾ ਉਹ ਗੋਲੀ ਸਿੱਕਾ ਜਾਂ ਹੋਰ ਜਿੰਨਾ ਖਰਚਾ ਉਹ ਪੂਰਾ ਕਰਿਆ ਕਰਦਾ ਸੀ। ਇਹ ਇਹਦੇ ਲਈ ਇੱਕ ਬਹੁਤ ਵੱਡਾ ਮੁਸ਼ਕਲ ਭਿਅੰਕਰ ਸਮਾਂ ਸੀ ਜਿਹਦੇ ਵਿੱਚੋਂ ਇਹ ਲੰਘ ਨਹੀਂ ਸਕਿਆ। ਤੇ ਜੇਕਰ ਗੌਰ ਨਾਲ ਵੇਖਾਂਗੇ ਤੇ ਇਹਦੀ ਸਭ ਤੋਂ ਵੱਡੀ ਮੂਰਖਤਾ ਸੀ, ਕਿਉਂਕਿ ਸ਼ਾਹਜਹਾਂ ਕਹਿੰਦਾ ਸੀ ਵੀ ਤੂੰ ਉਸ ਪਾਸੇ ਵੱਲ ਚੜ੍ਹਾਈ ਨਹੀਂ ਕਰਨੀ। ਉਸ ਨੂੰ ਪਤਾ ਸੀ ਕਿ ਜੇਕਰ ਉਧਰ ਦੀ ਮੁਹਿੰਮ ਨੂੰ ਅਸੀਂ ਛੇੜਦੇ ਹਾਂ ਤੇ ਉਹਦੇ ਲਈ ਬਹੁਤ ਵੱਡੀ ਫੌਜ ਤੇ ਬਹੁਤ ਧਨ ਦੀ ਵਿਵਸਥਾ ਚਾਹੀਦੀ ਹੈ, ਤੇ ਜੇ ਇਸ ਦੇਸ਼ 'ਚੋਂ ਧਨ ਇਕੱਠਾ ਕਰਕੇ ਉਧਰ ਦੀ ਮੁਹਿੰਮ ਨੂੰ ਫਤਿਹ ਕਰਦੇ ਹਾਂ ਤੇ ਇੱਧਰ ਦੀ ਆਰਥਿਕ ਵਿਵਸਥਾ ਜਿਹੜੀ ਹੈ ਉਹ ਸਾਰੀ ਖਤਮ ਹੋ ਜਾਏਗੀ, ਇੱਥੇ ਲੋਕਾਂ ਦਾ ਜੀਵਨ ਜੀਣਾ ਖਤਮ ਹੋ ਜਾਏ। ਤੇ ਉਹੀ ਕੁਝ ਇਸ ਮੂਰਖ ਬਾਦਸ਼ਾਹ ਨੇ ਕਰ ਦਿੱਤਾ। ਹੁਣ ਵੈਰ ਕਿਵੇਂ ਪਿਆ? ਜਿਸ ਵਕਤ ਮਾਮਾ ਕਿਰਪਾਲ ਚੰਦ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਬੈਠ ਕਰਕੇ ਇਹ ਵਿਥਿਆ ਸ਼ੁਰੂ ਕੀਤੀ, ਤੇ ਫਿਰ ਦਿੱਲੀ ਵਾਲੀ ਜਿਹੜੀ ਸੰਗਤ, ਕਿਉਂਕਿ ਸਿਆਣੇ ਵਿਵੇਕੀ ਸਿੱਖ ਜਿਹੜੇ ਦਿੱਲੀ ਵਿਚਰਦੇ ਸਨ, ਉਹਨਾਂ ਨੂੰ ਇਹਨਾਂ ਸਾਰੇ ਰਾਜਨੀਤਿਕ ਹਾਲਾਤਾਂ ਦੇ ਪਤਾ ਸਨ, ਤੇ ਉਹਨਾਂ ਨੇ ਫਿਰ ਕੁਝ ਜਿਤਨੇ ਕਾਰਨ ਹਨ ਜਿੰਨਾ ਕੋ ਪਤਾ ਹੈ ਉਹ ਵਿਸਥਾਰ ਸਹਿਤ ਮਹਾਰਾਜ ਜੀ ਕੀ ਸਭਾ ਸੰਗਤ ਦੇ ਵਿੱਚ ਬੈਠ ਕਰਕੇ ਦੱਸਣ ਦਾ ਯਤਨ ਕੀਤਾ ਹੈ। ਜਿਵੇਂ ਦੱਸ ਰਹੇ ਹਨ ਉਹ ਕੁਝ ਕਾਰਨ ਨੇ, ਸੰਪੂਰਨ ਜਾਣਕਾਰੀ ਤੇ ਅਸੀਂ ਨਹੀਂ ਕਹਿ ਸਕਦੇ ਕਿਉਂਕਿ ਇਤਿਹਾਸ ਦਾ ਹਾਲ ਬਹੁਤ ਲੰਬਾ ਹੁੰਦਾ ਹੈ। ਜੇ ਸੰਪੂਰਨ ਜਿੰਨਾ ਕੁ ਮੈਂ ਯਤਨ ਕੀਤਾ ਹੈ ਬਾਕੀ ਦੇ ਸਰੋਤਾਂ ਵਿੱਚੋਂ ਆਪ ਸੰਗਤ ਦੇ ਸਨਮੁਖ ਰੱਖਣ ਦਾ, ਲੇਕਿਨ
ਜਿਵੇਂ ਭਾਈ ਸੰਤੋਖ ਸਿੰਘ ਸਾਹਿਬ ਅੱਗੇ ਲਿਖਦੇ ਹਨ, ਕਿਸ ਕਾਰਨ ਤੇ ਕੀਨ ਚੜਾਈ। ਮਹਾਰਾਜ ਨੇ ਪੁੱਛਿਆ ਵੀ ਕਿਹੜੇ ਕਾਰਨ ਸਨ ਜਿਨ੍ਹਾਂ ਕਾਰਨਾਂ ਕਰਕੇ ਇਧਰੋਂ ਦਿੱਲੀ ਤੋਂ ਫੌਜ ਲੈ ਕਰਕੇ ਇਸਨੇ ਦੱਖਲ ਦੀ ਮੁਹਿੰਮ ਤੇ ਚੜ੍ਹਾਈ ਕੀਤੀ ਹੈ। ਤੈ ਪ੍ਰਸੰਗ ਪੁਨ ਦੇਹੋ ਸੁਣਾਈ। ਉਹਨਾਂ ਸਿੱਖਾਂ ਨੂੰ ਕਿਹਾ ਕਿ ਜਿਵੇਂ ਆਪ ਜੀਆਂ ਨੇ ਪਹਿਲਾਂ ਮਹਾਰਾਜ ਜੀ ਕੇ ਪਾਵਨ ਸਰੀਰ ਦਾ ਸੰਸਕਾਰ ਤੇ ਔਰੰਗਜ਼ੇਬ ਦੀ ਹਾਲਾਤ ਸੁਣਾਈ ਹੈ, ਇਸੇ ਤਰ੍ਹਾਂ ਹੁਣ ਥੋੜਾ ਜਿਹਾ ਉਹ ਪ੍ਰਸੰਗ ਵੀ ਸੰਗਤ ਨੂੰ ਸਰਵਣ ਕਰਵਾਓ। ਬੰਦ ਹੱਥ ਬੋਲੇ ਦਿਲ ਵਾਲੀ। ਫਿਰ ਦੋਨੋਂ ਹੱਥ ਜੋੜ ਕਰਕੇ ਦਿੱਲੀ ਤੋਂ ਜਿਹੜੇ ਸਿੱਖ ਆਏ ਹਨ ਮਹਾਰਾਜ ਜੀ ਕੇ ਸਨਮੁਖਿਓਂ ਬੇਨਤੀ ਕਰਦੇ ਹਨ, ਸੁਨੋ ਪ੍ਰਭੂ ਤੁਰ ਕੇਸ ਕੁਚਾਲੀ। ਕਹਿਣ ਲੱਗੇ ਪ੍ਰਭੂ ਦਾਤਾ ਗੁਰਦੇਵ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਸੁਣੋ ਜੋ ਇਸ ਨੇ ਗਲਤ ਚਾਲਾਂ ਚੱਲੀਆਂ ਹਨ। ਮਹਾ ਬਕੀਮਤ ਕੇ ਜਵਾਹਰ। ਮਹਾ ਬਕੀਮਤ ਕੇ ਜਵਾਹਰ, ਜਿੱਥੋਂ ਵਿਗਾੜ ਪੈਦਾ ਹੋਇਆ ਇੱਕ ਤੇ ਕਾਰਨ ਇਹ ਹੈ ਤੇ ਦੂਸਰੇ ਰਾਜਨੀਤਿਕ ਕਾਰਨ ਜਿਹੜੇ ਮੈਂ ਬੇਨਤੀ ਕੀਤੇ ਨੇ। ਕਹਿਣ ਲੱਗੇ ਵੱਡਾ ਕਾਰਨ ਇਹ ਸੀ ਕਿ ਜਿਹੜਾ ਉਧਰ ਦਾ ਵੱਡਾ ਬਾਦਸ਼ਾਹ ਹੈ ਤਾਨੇ ਸ਼ਾਹ, ਉਹਦੇ ਪਾਸ ਇੱਕ ਬੜੀ ਬੇਸ਼ਕੀਮਤੀ ਬਹੁਤ ਕੀਮਤੀ ਇੱਕ ਜਵਾਹਰ ਹੈ ਜੀ। ਤਾਨੇ ਸ਼ਾਹ ਨਿਕਟ ਦੁੱਤ ਜਾਹਰ। ਜੋ ਕਿ ਬਾਦਸ਼ਾਹ ਤਾਨੇ ਸ਼ਾਹ ਨੇ ਆਪਣੇ ਪਾਸ ਰੱਖਿਆ ਹੋਇਆ ਹੈ। ਛਾਪ ਆਪਣੀ ਮੈਂ ਸੋ ਰਾਖਤ। ਤੇ ਉਸ ਕੀਮਤੀ ਜਵਾਹਰ ਨੂੰ ਉਹਨੇ ਇੱਕ ਸੋਨੇ ਦੀ ਮੁੰਦਰੀ ਦੇ ਅੰਦਰ ਜੜਵਾ ਕਰਕੇ ਤੇ ਆਪਣੇ ਹੱਥ ਵਿੱਚ ਧਾਰਨ ਕੀਤਾ ਹੋਇਆ ਹੈ। ਤਿਸ ਲੈ ਬੇਹਿਤ ਇਹ ਅਭਿਲਾਖਤ। ਤੇ ਉਸ ਨੂੰ ਪ੍ਰਾਪਤ ਕਰਨ ਦੀ ਲਾਲਸਾ ਜਿਹੜੀ ਹੈ ਨਾ ਉਹ ਬਾਦਸ਼ਾਹ ਔਰੰਗਜ਼ੇਬ ਦੇ ਹਿਰਦੇ ਵਿੱਚ ਪੈਦਾ ਹੋ ਗਈ। ਲੋਭੀ ਤੇ ਮੁੱਢ ਤੋਂ ਹੀ ਸੀਗਾ, ਕਦੇ ਨੇ ਆਪਣੇ ਪਿਤਾ ਨੂੰ ਮਾਰ ਕੇ ਤਖਤ ਪ੍ਰਾਪਤ ਕੀਤਾ, ਭਰਾਵਾਂ ਦਾ ਕਤਲ ਕਰਕੇ ਸਾਰੇ ਰਾਜ ਇੱਥੇ ਆਏ। ਸੋ ਉਸ ਦੇ ਹੱਥ ਵਿੱਚ ਇੱਕ ਕੀਮਤੀ ਜਵਾਹਰ ਹੈ ਜੋ ਉਸਨੇ ਆਪਣੀ ਮੁੰਦਰੀ ਵਿੱਚ ਨਗ ਦੇ ਰੂਪ ਵਿੱਚ ਜੜਵਾ ਕਰਕੇ ਤੇ ਹੱਥ ਵਿੱਚ ਧਾਰਨ ਕੀਤਾ, ਜਿਹਦਾ ਮੁੱਲ ਬਹੁਤ ਹੈ। ਮੁੱਲ ਦਾ ਅੱਗੇ ਜ਼ਿਕਰ ਆਵੇਗਾ ਸਾਖੀ ਅੰਦਰ। ਸੋ ਉਸ ਨੂੰ ਪ੍ਰਾਪਤ ਕਰਨ ਦੇ ਲਈ ਇਹ ਬਾਦਸ਼ਾਹ ਲਲਸਾ ਉੱਠਿਆ ਹੈ। ਇੱਕ ਜੋਹਰੀ ਖੋਜਿਓ ਐਸੋ। ਇਸ ਨੇ ਆਪਣੇ ਰਾਜ ਦੇ ਅੰਦਰੋਂ ਇੱਕ ਜੋਹਰੀ ਦੀ ਖੋਜ ਕੀਤੀ ਹੈ। ਪਰਖਣ ਮੈਂ ਕੋ ਨੈ ਤਿਸ ਜੈਸੋ। ਜਿਹਦੇ ਵਰਗਾ ਕੋਈ ਪਰਖਕਾਰ ਹੋਰ ਹਿੰਦੁਸਤਾਨ ਵਿੱਚ ਹੈ ਨਹੀਂ ਸੀ। ਜਿਵੇਂ ਰਤਨਾ ਹੀਰਿਆਂ ਦੀ ਖੋਜ ਪਰਖ ਜਿਹੜੀ ਹੈ ਉਹ ਜ਼ੋਹਰੀ ਲੋਕ ਕਰ ਲੈਂਦੇ ਨੇ, ਦੂਰੋਂ ਵੇਖ ਕੇ ਹੀ ਦੱਸ ਦਿੰਦੇ ਨੇ ਵੀ ਇਸ ਨਗ ਦੀ, ਇਸ ਹੀਰੇ ਦੀ, ਇਸ ਜਵਾਹਰ ਦੀ, ਇਸ ਮੋਤੀ ਦੀ ਕੀਮਤ ਇਤਨੀ ਹੈ। ਸੋ ਪਰਖ ਦੇ ਵਿੱਚ ਬਹੁਤ ਕਾਮਲ ਜ਼ੋਹਰੀ ਹੈ ਜੀ। ਕਰਤ ਪਰਖਾ ਬ੍ਰਿੰਦ ਜਵਾਹਰ। ਬੜਾ ਮੰਨਿਆ ਪਰਮੰਨਿਆ ਹੈ, ਬਹੁਤ ਪਰਖਾਂ ਉਸਨੇ ਕੀਤੀਆਂ ਹਨ ਤੇ ਸਾਰਾ ਹਿੰਦੁਸਤਾਨ ਮੰਨਦਾ ਹੈ ਵੀ ਇਹ ਇਸ ਕੰਮ ਦੇ ਅੰਦਰ ਬਹੁਤ ਕਾਮਲ ਹੈ। ਜਾਨਤ ਸਭ ਕੀ ਕੀਮਤ ਜਾਹਰ। ਪਰਖ ਹੀ ਨਹੀਂ, ਉਹ ਪਰਖ ਕੇ ਦੂਰੋਂ ਦੇਖ ਕਰਕੇ ਦੱਸ ਦਿੰਦਾ ਵੀ ਆਹ ਜਿਹੜਾ ਨਗ ਹੈ, ਆਹ ਜਿਹੜਾ ਮੋਤੀ ਹੈ, ਆਹ ਜਿਹੜਾ ਜਵਾਹਰ ਹੈ, ਆਹ ਹੀਰਾ ਹੈ, ਇੰਨੀ ਕੀਮਤ ਦਾ ਹੈ, ਇੰਨੀ ਪਰਖ ਹੈ ਉਸ ਦੇ ਅੰਦਰ। ਤੈਸੋ ਕਹੋ ਬਨੋ ਵਪਾਰੀ। ਤੈਸੋ ਕਹੋ, ਫਿਰ ਇਸਨੇ ਕੀ ਕੀਤਾ, ਉਹਨੂੰ ਆਪਣੇ ਪਾਸ ਬੁਲਾਇਆ ਤੇ ਉਸਨੂੰ ਕਿਹਾ ਕਿ ਇੱਕ ਮੇਰਾ ਵਪਾਰ ਹੈ, ਭਾਵ ਪਰਖ ਕਰਨੀ ਹੈ ਤੇ ਤੂੰ ਮੇਰਾ ਵਿਚੋਲਾ ਬਣ। ਗਮਣਿਓ ਦੱਖਣ ਕੀਜੈ ਤਿਆਰੀ। ਦੱਖਣ ਨੂੰ ਤੈਨੂੰ ਭੇਜਣਾ ਹੈ ਤੇ ਤਿਆਰੀ ਕਰ, ਜਲਦੀ ਹੀ ਦੱਖਣ ਜਾ ਕਰਕੇ ਕੁਝ ਪਰਖ ਕਰਨੀ ਹੈ ਜੀ। ਮੁਲਾਕਾਤ ਕਰ ਤਾਨੇ ਸ਼ਾਹੂ। ਜਾ ਕਰਕੇ ਉੱਥੋਂ ਦੇ ਬਾਦਸ਼ਾਹ ਤਾਨੇ ਸ਼ਾਹ ਦੇ ਨਾਲ ਮੁਲਾਕਾਤ ਕਰਨੀ ਹੈ। ਵਿਖੋ ਜਵਾਹਰ ਤਿਸ ਕਰ ਮਾਹੂ। ਤੇ ਜਦੋਂ ਮੁਲਾਕਾਤ ਕਰਨੀ ਹੈ ਉਹਦੇ ਹੱਥ ਵਿੱਚ ਇੱਕ ਕੀਮਤੀ ਜਵਾਹਰ ਵਾਲੀ ਅੰਗੂਠੀ ਹੈ, ਉਹਦੀ ਪਰਖ ਕਰਨੀ ਹੈ ਵੀ ਉਹਦਾ ਮੁੱਲ ਕੀ ਹੈ। ਇਸ ਵਿੱਚ ਇੱਕ ਤੇ ਇਹਦਾ ਲਾਲਚ ਕਵਾਂਗੇ ਤੇ ਦੂਜਾ ਸਾਡੇ ਇਤਿਹਾਸਕਾਰ ਜ਼ਿਕਰ ਕਰਦੇ ਨੇ ਵੀ ਸੰਧੀ ਨੂੰ ਤੋੜਨ ਦੇ ਲਈ ਵੀ ਕੋਈ ਨਾ ਕੋਈ ਹੁਜਤ, ਕੋਈ ਤਰੀਕਾ ਬਣਾਉਣਾ ਸੀ ਇਸਨੇ, ਕੋਈ ਨਾ ਕੋਈ ਐਸਾ ਕੰਮ ਛੇੜਨਾ ਸੀ ਵੀ ਆਉਣ ਵਾਲੇ ਸਮੇਂ ਵਿੱਚ ਹਮਲਾ ਵੀ ਕਰਨਾ। ਸੋ ਉਹ ਇਸ ਵੇਲੇ ਇਸਨੇ ਇੱਕ ਜ਼ੋਹਰੀ ਨੂੰ ਲੱਭ ਕਰਕੇ ਤੇ ਪਰਖ ਦੇ ਲਈ ਉਸ ਨੂੰ ਤਾਨੇ ਸ਼ਾਹ ਪਾਸ ਦੱਖਣ ਭੇਜਦਾ ਹੈ ਜੀ। ਪਰਖੋ ਕੇਤਿਕ ਕੀਮਤ ਕੇਰੋ। ਉਸ ਨੂੰ ਕਿਹਾ ਵੀ ਜਾ ਕਰਕੇ ਪਰਖ ਕਰੋ ਕਿੰਨੀ ਕੁ ਕੀਮਤ ਦਾ ਉਹ ਜਵਾਹਰ ਹੈ ਜੋ ਉਸਨੇ ਆਪਣੇ ਨਗ ਦੇ ਅੰਦਰ ਹੱਥ ਵਿੱਚ ਧਾਰਨ ਕੀਤਾ ਹੈ। ਨਿਜ ਬੁੱਧੀ ਕਰ ਨੀਕੇ ਹੇਰੋ। ਆਪਣੀ ਬੁੱਧੀ ਦੇ ਨਾਲ ਚੰਗੀ ਤਰ੍ਹਾਂ ਪਰਖ ਕਰਕੇ ਫਿਰ ਮੈਨੂੰ ਦੱਸਣਾ ਹੈ ਜੀ। ਚੱਲਿਓ ਜੋਹਰੀ ਆਇਸ
ਸਮਾਣੀ। ਤੇ ਫਿਰ ਜਰਾ ਜੌਹਰੀ ਸੀ ਇਹਦਾ ਹੁਕਮ ਮੰਨ ਕਰਕੇ ਤੇ ਉਹ ਦੱਖਣ ਦੇਸ਼ ਵੱਲ ਨੂੰ ਜਾਂਦਾ ਹੈ ਜੀ। ਅਤਕ ਦਰਵਲੇ ਤਿਆਰੀ ਠਾਨੀ। ਉਹਦੇ ਰਾਹ ਦੇ ਖਰਚੇ ਦਾ ਤੇ ਉਹਦੀ ਨਿੱਜੀ ਲੋੜ ਦਾ ਸਾਰਾ ਇੰਤਜ਼ਾਮ ਜਿਹੜਾ ਹੈ ਇਸ ਬਾਦਸ਼ਾਹ ਨੇ ਆਪਣੇ ਪਾਸ ਤੋਂ ਸਰਕਾਰੀ ਕੋਸ਼ ਖਜ਼ਾਨੇ ਵਿੱਚੋਂ ਕਰ ਦਿੱਤਾ ਹੈ। ਸਗਰੋ ਮਾਰਗ ਉਲੰਘਿਓ ਜਾਏ। ਸਹਿਜੇ ਸਹਿਜੇ ਚੱਲਦਾ ਹੋਇਆ ਸਾਰਾ ਰਸਤਾ ਸਰ ਕਰਕੇ ਅਖੀਰ ਉਸ ਸਥਾਨ ਤੇ ਪਹੁੰਚਦਾ ਹੈ ਜੀ। ਪਹੁੰਚੋ ਹੈਦਰਾਬਾਦ ਸੁਥਾਏ। ਜਿਸ ਸਥਾਨ ਤੇ ਤਾਨੇਸ਼ਾਹ ਬਾਦਸ਼ਾਹ ਵਸਦਾ ਹੈ, ਹੈਦਰਾਬਾਦ ਗੋਲਕੁੰਡਾ ਦੀ ਜਿਹੜੀ ਰਾਜਧਾਨੀ ਹੈ ਉਸ ਵਕਤ, ਉਸ ਥਾਂ ਤੇ ਅਖੀਰ ਇਹ ਜ਼ੋਰੀ ਜਿਹੜਾ ਹੈ ਜਿਵੇਂ ਕਿਵੇਂ ਪਹੁੰਚ ਜਾਂਦਾ ਹੈ ਜੀ। ਕੇਤਿਕ ਦਿਨ ਮੈਂ ਬਿਰਥਾ ਰਾਖੀ। ਕੁਝ ਦਿਨ ਇਸ ਨੂੰ ਲੱਗ ਗਏ ਸਨ ਤੇ ਕੁਝ ਦਿਨ ਇਹ ਉਸ ਥਾਂ ਤੇ ਠਹਿਰਿਆ, ਕਿਉਂਕਿ ਬਾਦਸ਼ਾਹ ਦੇ ਨਾਲ ਸਿੱਧਾ ਤਾਂ ਮੁਲਾਕਾਤ ਹੋ ਨਹੀਂ ਸਕਦੀ। ਕੋਈ ਵਿਉਂਤਬੰਦੀ, ਕੋਈ ਤਰੀਕਾ, ਕੋਈ ਵਿਚੋਲਾ ਪਾ ਕਰਕੇ ਜਿਵੇਂ ਕਿਵੇਂ। ਸੋ ਕੁਝ ਦਿਨ ਉਸ ਸਥਾਨ ਤੇ ਠਹਿਰਿਆ ਹੈ ਤੇ ਉਸ ਤੋਂ ਬਾਅਦ ਫਿਰ ਮੁਲਾਕਾਤ ਕਰਦਾ ਹੈ। ਕਰੇ ਜਤਨ ਮਿਲ ਬੇ ਅਪਲਾਖੀ। ਬਾਦਸ਼ਾਹ ਨੂੰ, ਤਾਨੇਸ਼ਾਹ ਨੂੰ ਮਿਲਣ ਦੇ ਲਈ ਇਸ ਨੇ ਕੁਝ ਯਤਨ ਕੀਤੇ ਹਨ। ਖਰਚਿਓ ਧਨ ਉਮਰਾਵਣ ਦੀਨ। ਜਿਹੜਾ ਬਾਦਸ਼ਾਹ ਦੇ ਪਾਸ ਤੋਂ ਸਰਕਾਰੀ ਖਜ਼ਾਨੇ ਅੰਦਰੋਂ ਧਨ ਲੈ ਕਰਕੇ ਗਿਆ, ਇਸ ਨੇ ਕੁਝ ਖਰਚ ਕੀਤਾ ਤੇ ਖਰਚ ਕਿਸ ਵਿਧ ਕੀਤਾ ਵੀ ਜਿਹੜੇ ਤਾਨੇਸ਼ਾਹ ਦੇ ਥਲੜੇ ਅਧਿਕਾਰੀ ਹਨ, ਜਿਹੜੇ ਉਹਦੇ ਮੰਤਰੀ ਸੰਤਰੀ ਕਹਿ ਲਈਏ, ਜਿਹੜੇ ਉਹਦੇ ਨਾਲ ਮੁਲਾਕਾਤ ਕਰਵਾਉਂਦੇ ਹਨ, ਉਹਨਾਂ ਨੂੰ ਇਸ ਜ਼ੋਰੀ ਨੇ ਆਪਣੇ ਪਾਸ ਤੋਂ ਧਨ ਦੇ ਕੇ ਖਰੀਦ ਲਿਆ। ਇੱਕ ਜੁਗਤ ਬਣਾ ਲਈ, ਤਰੀਕਾ ਲੱਭ ਲਿਆ ਕਿ ਜਿਹੜੇ ਹੋਰ ਛੋਟੇ ਦਰਜੇ ਦੇ ਅਧਿਕਾਰੀ ਹਨ, ਜਿਹੜੇ ਉੱਥੋਂ ਤੱਕ ਮੁਲਾਕਾਤ ਕਰਵਾ ਸਕਦੇ ਨੇ, ਉਹਨਾਂ ਨੂੰ ਲਾਲਚ ਦੇ ਕਰਕੇ ਤੇ ਇਸ ਨੇ ਇਹ ਤਰੀਕਾ ਅਪਣਾਇਆ ਹੈ। ਮੁਲਾਕਾਤ ਠਹਿਰਾਵਣ ਕੀਨ। ਤੇ ਫਿਰ ਜਿਵੇਂ ਲਾਲਚ ਦੇ ਕਰਕੇ ਯਤਨ ਕੀਤੇ ਤੇ ਅਖੀਰ ਮੁਲਾਕਾਤ ਹੋ ਗਈ, ਕੋਈ ਨਾ ਕੋਈ ਤਰੀਕਾ ਲੱਭ ਗਿਆ, ਉਹਦੇ ਨਾਲ ਫਿਰ ਮੁਲਾਕਾਤ ਹੁੰਦੀ ਹੈ। ਵਸਤੂ ਅਨੂਠੀ ਲੈ ਕਰ ਗਇਓ। ਤੇ ਫਿਰ ਬੜੀ ਕੀਮਤੀ ਕੁਝ ਵੱਖਰੀ ਅਨੂਠੀ ਵਸਤੂ ਲੈ ਕਰਕੇ, ਭਾਵ ਜਿਵੇਂ ਬਾਦਸ਼ਾਹਾਂ ਦੇ ਨਜ਼ਰਾਨੇ ਹੁੰਦੇ ਨੇ, ਕੋਈ ਕੀਮਤੀ ਭੇਟਾ ਲੈ ਕਰਕੇ ਬਾਦਸ਼ਾਹ ਨੂੰ ਮਿਲਣਾ, ਇਸ ਵਿਧ ਲੈ ਕਰਕੇ ਪਹੁੰਚਦਾ ਹੈ ਜੀ। ਕਦਮ 50 ਫਰਕ ਠਹਿਰਿਓ। ਤੇ ਬਾਦਸ਼ਾਹ ਤੋਂ 50 ਕਦਮ ਦੀ ਦੂਰੀ ਤੇ ਜਾ ਕਰਕੇ ਖੜਾ ਹੋਇਆ, ਕਿਉਂਕਿ ਬਾਦਸ਼ਾਹ ਲੋਕ ਆਪਣੇ ਤਖਤਾਂ ਤੇ ਬੈਠਦੇ ਨੇ, ਕੋਈ ਮਿਲਣ ਆਵੇ ਤੇ ਕੁਝ ਦੂਰੀ ਹੁੰਦੀ ਹੈ, ਕੁਝ ਵਕਫਾ। ਆਮ ਮਨੁੱਖ ਕਦੇ ਬਾਦਸ਼ਾਹ ਨੂੰ ਜਾ ਕੇ ਨੇੜਿਓਂ ਸਲਾਮ ਨਹੀਂ ਕਰ ਸਕਦੇ। ਆਪਾਂ ਵੀ ਵੇਖੋ ਨਾ, ਜਿਹੜੇ ਵੱਡੇ ਵੱਡੇ ਉੱਚ ਦਰਜੇ ਦੇ ਅਧਿਕਾਰੀ ਬਾਦਸ਼ਾਹ, ਖਾਸ ਕਰਕੇ ਇਸਲਾਮ ਦੇ ਅੰਦਰ ਦੂਰੋਂ ਸਲਾਮ ਹੁੰਦੀ ਸੀ। ਦਸਤਬੋਸ਼ੀ ਹੱਥ ਨਹੀਂ ਮਿਲਾ ਸਕਦਾ ਸੀ। ਬਾਦਸ਼ਾਹ ਦੇ ਬਰਾਬਰ ਦਾ ਬੰਦਾ ਹੀ ਕੋਈ ਬਾਦਸ਼ਾਹ ਨਾਲ ਮੁਲਾਕਾਤ ਕਰ ਸਕਦਾ ਹੈ। ਦੂਸਰਾ ਜੋ ਵੀ ਕੋਈ ਮਿਲਣ ਆਇਆ, ਵਪਾਰੀ ਲੋਕ, ਕੋਈ ਵੀ ਕਿਸੇ ਕਿੱਤੇ ਨਾਲ ਸੰਬੰਧਿਤ, ਉਹ ਕੁਝ ਦੂਰੀ ਤੇ ਖੜ ਕੇ ਤੇ ਉਹਨੂੰ ਸਲਾਮ ਕਰਕੇ ਆਪਣੀ ਫਰਿਆਦ, ਆਪਣੀ ਅਰਜ਼ ਗੁਜ਼ਾਰ ਸਕਦਾ, ਨਜ਼ਦੀਕ ਨਹੀਂ ਜਾ ਸਕਦਾ। ਇਹ ਬਾਦਸ਼ਾਹਾਂ ਦੇ ਕਾਨੂੰਨ ਹੁੰਦੇ ਨੇ। ਸੋ 50 ਕਦਮ ਦੀ ਦੂਰੀ ਤੇ ਇਹ ਜਿਹੜਾ ਜ਼ੋਰੀ ਹੈ, ਬਾਦਸ਼ਾਹ ਤਾਨੇਸ਼ਾਹ ਦੇ ਸਨਮੁਖ ਜਾ ਕਰਕੇ ਖੜਾ ਹੁੰਦਾ ਹੈ। ਤਹਾਂ ਖੜੇ ਹੋਏ ਬੰਦਨ ਕਰੀ। ਇਹ ਸਥਾਨ 50 ਕਦਮ ਦੀ ਦੂਰੀ ਤੇ ਖੜੇ ਹੋ ਕਰਕੇ ਨੇ ਦੂਰੋਂ ਬਾਦਸ਼ਾਹ ਤਾਨੇਸ਼ਾਹ ਨੂੰ ਸਲਾਮ ਕੀਤੀ, ਵੰਦਨਾ ਕੀਤੀ ਹੈ। ਮਿਲਿਓ ਸ਼ਾਹ ਸੋ ਬਹੁਮਤ ਧਰੀ। ਤੇ ਫਿਰ ਇਹਦੀ ਮੁਲਾਕਾਤ ਬਾਦਸ਼ਾਹ ਦੇ ਨਾਲ ਹੋਈ ਤੇ ਇਹਨੇ ਆਪਣੀ ਮੱਤ ਦੇ ਅਨੁਸਾਰ ਬੜੀ ਚਲਾਕੀ ਚੁਸਤੀ ਦੇ ਨਾਲ ਬਾਦਸ਼ਾਹ ਦੇ ਨਾਲ ਇਹ ਆਪਣੀ ਪਹਿਲੀ ਮੁਲਾਕਾਤ ਕੀਤੀ ਹੈ ਜੀ। ਤਾਨੇਸ਼ਾਹ ਉਬਾਰਿਓ ਹੱਥ। ਤੇ ਜਿਵੇਂ ਬਾਦਸ਼ਾਹ ਦੇ ਨਾਲ ਇਹ ਬਚਨ ਸਾਂਝੇ ਕਰ ਰਿਹਾ ਸੀ, ਕੁਝ ਪੁੱਛ ਰਿਹਾ ਸੀ, ਕੁਝ ਬਾਦਸ਼ਾਹ ਦੇ ਨਾਲ ਬਾਤਾਂ ਕਰ ਰਿਹਾ ਸੀ, ਤੇ ਬਾਤਾਂ ਕਰਦਿਆਂ ਕਰਦਿਆਂ ਤਾਨੇਸ਼ਾਹ ਨੇ ਇੱਕ ਦੋ ਬਾਤਾਂ ਦੇ ਵਿੱਚ ਇਹਦੇ ਵੱਲ ਆਪਣਾ ਹੱਥ ਜਿਹੜਾ ਉਭਾਰ ਕਰਕੇ ਇਸ ਨੂੰ ਜਵਾਬ ਦਿੱਤੇ। ਜਿਵੇਂ ਕਈ ਵਾਰ ਹੁੰਦਾ ਨਾ, ਸਾਤੋਂ ਕੋਈ ਗੱਲ ਪੁੱਛੇ ਤੇ ਅਸੀਂ ਮੌਖਿਕ ਤੌਰ ਤੋਂ ਤੇ ਸ਼ਬਦ ਬੋਲ ਹੀ ਰਹੇ ਹੁੰਨੇ ਆ, ਲੇਕਿਨ ਕੁਦਰਤੀ ਤੌਰ ਤੇ ਸਾਡੇ ਜਿਹੜੇ ਬਾਡੀ ਦੇ ਪਾਰਟਸ ਨੇ ਕੁਝ ਇਸ਼ਾਰੇ ਕਰ ਰਹੇ ਹੁੰਦੇ ਨੇ, ਖਾਸ ਕਰਕੇ ਹੱਥ। ਇਹ ਕਦੇ ਆਪ ਨੋਟ ਕਰਿਓ। ਇਹ ਜਦੋਂ ਵੀ ਆਪਾਂ ਕਿਸੇ ਨੂੰ ਕੁਝ ਸਮਝਾਉਂਦੇ ਆ ਜਾਂ ਕਿਸੇ ਨਾਲ ਕੋਈ ਵਾਰਤਾਲਾਪ ਕਰਦੇ ਆ, ਤੇ ਬੋਲ ਤਾਂ ਅਸੀਂ ਮੌਖਿਕ ਤੌਰ ਤੋਂ ਸ਼ਬਦ ਰਹੇ ਹੁੰਨੇ ਆ, ਲੇਕਿਨ ਇਹ ਜਿਹੜੀ ਸਰੀਰਕ ਐਕਟੀਵਿਟੀ ਹੈ, ਇਹ ਆਟੋਮੈਟਿਕ ਚੱਲ ਰਹੀ ਹੁੰਦੀ ਹੈ, ਨਾਲ ਹੱਥ ਉਦਾਂ ਹੀ ਇਸ਼ਾਰੇ ਕਰ ਰਹੇ ਹੁੰਦੇ ਨੇ। ਸੋ ਇਸ ਵੇਲੇ ਬਾਦਸ਼ਾਹ ਇਹਦੇ ਸਵਾਲਾਂ ਦੇ ਜਵਾਬ ਦੇ ਰਿਹਾ ਸੀ ਤੇ ਨਾਲ ਹੀ ਨਾ ਉਹਨੇ ਹੱਥ ਦੇ ਇਸ਼ਾਰੇ ਕੁਝ ਇਹਦੇ ਵੱਲ ਹੱਥ ਵਧਾ ਕਰਕੇ ਕਰਨੇ ਸ਼ੁਰੂ ਕੀਤੇ ਹਨ। ਜਿਸ ਮੈਂ ਰਤਨ ਮੁੰਦਰੀ ਸਾਥ। ਤੇ ਉਹ ਹੱਥ ਦਾ ਇਸ਼ਾਰਾ ਇਹਦੇ ਵੱਲ ਹੋਇਆ ਜਿਸ ਹੱਥ ਦੇ ਵਿੱਚ ਬਾਦਸ਼ਾਹ ਨੇ ਉਹ ਕੀਮਤੀ ਨਗ ਵਾਲੀ ਮੁੰਦਰੀ ਜਿਹੜੀ ਹੈ ਉਹ ਪਾਈ ਹੋਈ ਹੈ। ਸਿਰ ਪਰ ਕਰ ਮੂਛਨ ਪਰ ਫੇਰਾ। ਤੇ ਜਿਵੇਂ ਜਵਾਬ ਦਿੰਦਿਆਂ ਦਿੰਦਿਆਂ ਨਾ ਇੱਕ ਦੋ ਵਾਰ, ਕਿਉਂਕਿ ਇਹ ਬੜਾ ਚੁਸਤ ਜ਼ੌਰੀ ਹੈ,
ਤੇ ਇਹਨੇ ਕੁਝ ਬਾਤਾਂ ਐਸੀਆਂ ਪੁੱਛੀਆਂ ਹੋਣਗੀਆਂ ਨਿਸ਼ਚੈ, ਜਿਹੜਾ ਇੰਨੀ ਜੁਗਤ ਬਣਾ ਕਰਕੇ ਉੱਥੋਂ ਤੱਕ ਪਹੁੰਚ ਕਰਦਾ ਤੇ ਜਿਹਨੂੰ ਬਾਦਸ਼ਾਹ ਔਰੰਗਜ਼ੇਬ ਭੇਜ ਰਿਹਾ। ਸੋ ਜਿਵੇਂ ਹੀ ਇਸ ਨੇ ਪੁੱਛਿਆ ਹੈ ਤੇ ਉਸਨੇ ਜਵਾਬ ਦਿੱਤੇ, ਤੇ ਨਾਲ ਹੀ ਇੱਕ ਦੋ ਵਾਰ ਉਹ ਜਿਹੜਾ ਆਪਣਾ ਹੱਥ ਹੈ, ਜਿਸ ਹੱਥ ਵਿੱਚ ਕੀਮਤੀ ਜਵਾਹਰ ਵਾਲੀ ਮੁੰਦਰੀ ਹੈ, ਉਹਨੇ ਆਪਣੇ ਮੁੱਖ ਦੇ ਉੱਪਰ ਆਪਣੇ ਮੁਸ਼ਹਿਰਿਆਂ ਤੇ ਹੱਥ ਫੇਰਿਆ। ਬਾਦਸ਼ਾਹ ਲੋਕ ਅਕਸਰ ਫੇਰਦੇ ਹੁੰਦੇ ਨੇ। ਸੋ ਜਿਵੇਂ ਹੀ ਉਸਨੇ ਇਹ ਕਰਤੱਵ ਕੀਤਾ ਹੈ ਜੀ, ਤਬੈ ਜਵਾਹਰ ਤਿਸਨੇ ਹੇਰਾ, ਬਸ ਉਸੇ ਵਕਤ ਹੀ ਜ਼ੋਰੀ ਨੇ ਉਸ ਜਵਾਹਰ ਦੀ ਪਰਖ ਕਰ ਲਈ ਵੀ ਇਹ ਕਿੰਨੀ ਕੀਮਤ ਦਾ ਜਵਾਹਰ ਹੈ ਜੋ ਇਹਦੇ ਹੱਥ ਵਿੱਚ ਹੈ ਜੀ। ਜਾਮਾ ਹੁਤੋ ਜੋਹਰੀ ਗਰੇ, ਜ਼ੋਰੀ ਨੇ ਆਪਣੇ ਤਨ ਦੇ ਉੱਪਰ ਇੱਕ ਵਿਸ਼ੇਸ਼ ਜਾਮਾ, ਵਿਸ਼ੇਸ਼ ਕੁੜਤਾ ਜਿਹਨੂੰ ਆਪਾਂ ਕਹਿ ਲਈਏ, ਧਾਰਨ ਕੀਤਾ ਹੋਇਆ ਹੈ। ਤੇ ਪ੍ਰਤੀਬਿੰਬ ਆਨ ਤੈ ਭਰੇ, ਤੇ ਉਹ ਜਿਹੜਾ ਕੀਮਤੀ ਜਵਾਹਰ ਬਾਦਸ਼ਾਹ ਦੇ ਹੱਥ ਵਿੱਚ ਮੁੰਦਰੀ ਦੇ ਨਗ ਅੰਦਰ ਜੜਿਆ ਹੋਇਆ ਹੈ, ਜਿਵੇਂ ਉਹਦੇ ਤੇ ਰੌਸ਼ਨੀ ਪੈਂਦੀ ਹੈ ਤੇ ਉਸ ਜਵਾਹਰ ਦੀ ਜਿਹੜੀ ਚਮਕ ਹੈ ਉਹ ਇਹਦੇ ਜਾਮੇ ਦੇ ਉੱਪਰ ਆ ਕਰਕੇ ਪਈ ਹੈ। ਜਿਵੇਂ ਹੀਰੇ ਦੀ ਖਾਸੀਅਤ ਹੈ, ਜਦੋਂ ਵੀ ਆਪ ਉਹਨੂੰ ਪ੍ਰਕਾਸ਼ ਵਿੱਚ ਕਰੋ ਨਾ ਤੇ ਉਹਦੇ ਕੁਝ ਕਿਰਨਾਂ ਉਹਦੇ ਵਿੱਚੋਂ ਦੀ ਉਹ ਰੌਸ਼ਨੀ ਜਿਹੜੀ ਆ ਉਹ ਬੜੀ ਤਿੱਖੇ ਤਰੀਕੇ ਦੇ ਨਾਲ ਵਿਸ਼ੇਸ਼ ਕਰਕੇ ਪੈਂਦੀ ਹੈ, ਤੇ ਜ਼ੋਰੀ ਲੋਕ ਪਰਖ ਕਰ ਲੈਂਦੇ ਨੇ ਵੀ ਆ ਜਿਹੜੀ ਕਿਰਨ ਹੈ ਹੀਰੇ ਦੀ ਵਿੱਚੋਂ ਪਾਸ ਹੋ ਰਹੀ ਹੈ, ਉਹਦਾ ਪ੍ਰਤਿਬਿੰਬ ਹੈ। ਸੋ ਇਸ ਵਿਧ ਨੇ ਜਿਹੜਾ ਜ਼ੋਰੀ ਹੈ, ਇਸ ਨੇ ਉਸ ਜਵਾਹਰ ਦੀ ਪਰਖ ਕਰ ਲਈ। ਪ੍ਰਕਾਸ਼ ਦੇ ਵਿੱਚ ਉਹ ਜਿਹੜਾ ਕੀਮਤੀ ਜਵਾਹਰ ਸੀ, ਜਿਵੇਂ ਹੀ ਉਹ ਚਮਕਿਆ, ਇਸ ਨੇ ਉਸ ਦੀ ਬੜੀ ਬਰੀਕੀ ਨਾਲ ਪਰਖ ਕਰ ਲਈ ਹੈ ਜੀ। ਵਿਖ ਪ੍ਰਕਾਸ਼ ਕੋ ਪਰਖਿਓ ਨੀਕੋ, ਜਿਵੇਂ ਹੀ ਪ੍ਰਕਾਸ਼ ਵੇਖਿਆ ਤੇ ਫਿਰ ਇਸ ਨੇ ਸਮਝ ਲਿਆ ਵੀ ਸੱਚਮੁੱਚ ਜੋ ਬਾਦਸ਼ਾਹ ਔਰੰਗਜ਼ੇਬ ਕਹਿ ਰਿਹਾ ਸੀ, ਇਹਦੇ ਕੋਲ ਬਹੁ ਮੁੱਲਾ ਇਹ ਜਵਾਹਰ ਹੈ। ਬੜਾ ਪਰਖਿਓ ਨੀਕੋ, ਵੀ ਬਹੁਤ ਚੰਗਾ, ਬੜੀ ਕੀਮਤੀ ਇਹ ਵਸਤੂ ਹੈ, ਇਹਦਾ ਮੁੱਲ ਬਹੁਤ ਜ਼ਿਆਦਾ ਹੈ ਜੀ। ਮੋਲ ਤੋਲ ਜਾਣਿਓ ਤਿਸ ਹੀ ਕੋ, ਤੇ ਜਿਵੇਂ ਇਸ ਨੇ ਵੇਖਿਆ, ਫਿਰ ਜਿੰਨਾ ਉਹਦਾ ਮੋਲ ਹੈ, ਜਿੰਨੇ ਤੋਲਦਾ ਹੈ, ਉਹ ਸਭ ਕੁਝ ਇਸ ਨੇ ਆਪਣੀ ਉਸ ਜ਼ੋਹਰੀ ਪੁਣੀ ਵਿਦਿਆ ਦੇ ਨਾਲ ਉਹ ਸਭ ਕੁਝ ਜਾਣ ਸਮਝ ਲਿਆ ਹੈ ਜੀ। ਸਲਤਨ ਦਿੱਲੀ ਕੀ ਤ੍ਰੈ ਗੁਣੀ, ਤੇ ਜਿਵੇਂ ਹੀ ਇਹ ਵਿਚਾਰਦਾ ਹੈ ਤੇ ਇਉਂ ਸਮਝ ਲਓ ਵੀ ਉਹ ਦੇਖਦਿਆਂ ਹੀ ਇਸ ਦੇ ਜਿਹੜੇ ਨੇਤਰ ਸਨ ਉਹ ਖੁੱਲੇ ਰਹਿ ਗਏ, ਕਿਉਂਕਿ ਇਤਨੀ ਕੀਮਤ ਦਾ ਉਹ ਜਵਾਹਰ ਹੈ ਕਿ ਬਾਦਸ਼ਾਹ ਔਰੰਗਜ਼ੇਬ ਦੇ ਪਾਸ ਜਿੰਨੀ ਸੰਪਤੀ ਹੈ, ਜਿੰਨੀ ਸੰਪਤੀ ਦਾ ਮਾਲਕ ਹੈ, ਜਿੰਨੀ ਦਿੱਲੀ ਦੀ ਸਲਤਨਤ ਭਾਵ ਸਰਕਾਰੀ ਕੋਸ਼ ਵਿੱਚ ਸਰਕਾਰੀ ਖਜ਼ਾਨੇ ਬਾਦਸ਼ਾਹ ਦੇ ਹੱਥ ਵਿੱਚ ਹਨ, ਜਾਂ ਇਉਂ ਕਹਿ ਲਈਏ ਬਾਦਸ਼ਾਹ ਦੀ ਜਿੰਨੀ ਆਪਣੀ ਮਲਕੀਅਤ ਸੰਪਤੀ ਹੈ, ਉਹਦੇ ਤੋਂ 3 ਗੁਣਾ ਵੱਧ ਮੁੱਲ ਦਾ ਜਿਹੜਾ ਜਵਾਹਰ ਹੈ ਉਹ ਉਸ ਬਾਦਸ਼ਾਹ ਦੇ ਹੱਥ ਵਿੱਚ ਹੈ ਜੀ। ਤਉ ਨਾ ਇਸਕੀ ਕੀਮਤ ਪੁਨੀ, ਉਹ ਵੀ ਇਹਦੇ ਬਰਾਬਰ ਮਸੇ ਆ ਸਕਦੀ ਹੈ, ਫਿਰ ਵੀ ਕੀਮਤੀ ਹੈ, ਬਹੁਤ ਕੀਮਤੀ ਹੈ, ਬਹੁਤ ਮੁੱਲਾ ਜਵਾਹਰ ਹੈ। ਸੋ ਇਸ ਵਿਧ ਇਸ ਜ਼ੋਰੀ ਨੇ ਉਸ ਬਾਦਸ਼ਾਹ ਦੇ ਪਾਸ ਪਹੁੰਚ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ਦੇ ਨਾਲ ਤਾਨੇਸ਼ਾਹ ਦੇ ਹੱਥ ਵਿੱਚ ਕੀਮਤੀ ਜਵਾਹਰ ਦੀ ਪਰਖ ਕੀਤੀ। ਤੇ ਜਿਵੇਂ ਪਰਖ ਕਰਕੇ ਫਿਰ ਉਹ ਵਾਪਸ ਮੁੜਿਆ ਤੇ ਉਸਨੇ ਇਸ ਨੂੰ ਆ ਕੇ ਦੱਸਿਆ ਵੀ ਬਾਦਸ਼ਾਹ ਆਹ ਮੁੱਲ ਹੈ ਉਸ ਰਤਨ ਦਾ। ਤੇ ਸੱਚਮੁੱਚ ਫਿਰ ਇਹਦੇ ਤੋਂ ਜਰਿਆ ਨਹੀਂ ਗਿਆ, ਇਹਨੇ ਸੰਧੀਆਂ ਤੋੜ ਦਿੱਤੀਆਂ। ਕੁਝ ਪਹਿਲੇ ਵੀ ਯੁੱਧ ਕਰਨ ਦੀ ਨੀਤੀ ਦੇ ਨਾਲ ਵਿਚਰ ਰਿਹਾ ਸੀ, ਇਸ ਨੂੰ ਕਾਰਨ ਵੀ ਮਿਲ ਗਿਆ। ਇਸ ਨੇ ਬਾਦਸ਼ਾਹ ਔਰੰਗਜ਼ੇਬ ਨੇ ਤਾਨੇਸ਼ਾਹ ਦੇ ਨਾਲ ਯੁੱਧ ਕੀਤੇ ਤੇ ਇਸ ਵੇਲੇ ਇਹਨੇ ਆਪਣੀ ਰਿਆਸਤ, ਆਪਣੇ ਰਾਜ ਦਾ ਬਹੁਤ ਵੱਡਾ ਨੁਕਸਾਨ ਵੀ ਕਰਵਾਇਆ। ਸੋ ਜਿਵੇਂ ਇਹ ਸਾਖੀ ਚੱਲਦੀ ਹੈ, ਕਿਉਂਕਿ ਇਹ ਜਿਹੜਾ ਇਹ ਬਾਦਸ਼ਾਹ ਦਾ ਜਿਹੜਾ ਪ੍ਰਸੰਗ ਹੈ ਨਾ ਬਹੁਤ ਲੰਬੇਰਾ ਹੈ, ਇਹ ਇੱਕ ਦੀਵਾਨ ਦੇ ਅੰਦਰ ਨਹੀਂ ਕੁਝ ਸਮਾਂ ਲੱਗੇਗਾ। ਇਹਨੂੰ ਆਪਾਂ ਵਿਸਤਾਰ ਸਹਿਤ ਇਹਨਾਂ ਸਮਿਆਂ ਦੇ ਵਿੱਚ ਰੋਜ਼ਾਨਾ ਥੋੜਾ ਥੋੜਾ ਵਿਚਾਰਨ ਦਾ ਯਤਨ ਕਰਾਂਗੇ, ਤਾਂ ਜੋ ਬਰੀਕੀ ਨਾਲ ਇਹ ਰਾਜਨੀਤਿਕ ਜਿਹੜੇ ਹਵਾਲੇ ਨੇ ਸਾਡੀ ਸਮਝ ਵਿੱਚ ਆ ਸਕਣ। ਅੱਜ ਵਿਚਾਰਾਂ ਨੂੰ ਇੱਥੇ ਹੀ ਆਪਾਂ ਵਿਸ਼ਰਾਮ ਦਿੰਦੇ ਹਾਂ। ਸਮਾਂ ਹੋ ਚੁੱਕਾ, ਹੁਣ ਗੁਰਬਾਣੀ ਦੇ ਕੀਰਤਨ ਸਰਵਣ ਕਰਨੇ ਨੇ। ਗੁਰੂ ਇਤਿਹਾਸ ਨੂੰ ਵਾਚਦਿਆਂ, ਪੜ੍ਹਦਿਆਂ, ਬੋਲਦਿਆਂ ਬੇਅੰਤ ਤਰ੍ਹਾਂ ਦੀਆਂ ਹੋਈਆਂ ਭੁੱਲਾਂ ਗੁਰਦੇਵ ਗੁਰੂ ਕੀ ਸੰਗਤ ਬਖਸ਼ ਲੈਣਾ ਜੀ। ਆਓ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਇਹ ਅਮੋਲਾ ਹੋਏ ਨ ਮੋਲ, ਦਵਾਦਸ ਰੰਚਕ ਪਰ ਲਖ ਤੋਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ